ਅਸੀਂ ਇਹ ਤਾਂ ਵੇਖਿਆ ਸੀ ਹੁਣ ਤੱਕ ਬਈ ਜਿਹੜੇ ਲੀਡਰ ਹੈ ਉਹ ਬਿਆਨ ਪ੍ਰੈਸ ਬਿਆਨ ਦੇ ਕੇ ਜਾਂ ਫਿਰ ਜੇ ਧਰਨੇ ਲੱਗੇ ਆ ਤਾਂ ਬਿਆਨ ਜਾਰੀ ਕਰਨ ਤੋਂ ਬਾਅਦ ਹੋਟਲਾਂ 'ਚ ਚਲੇ ਜਾਂਦੇ ਆ ਤੇ ਇੱਥੇ ਮੱਛਰ ਬਹੁਤ ਹੈ ਨਾਲ ਬੇਟਾ ਵੀ ਲੈ ਕੇ ਆਏ ਹੋਏ ਹੋ ਜੀ ਤੁਸੀਂ ਇੱਥੇ ਹੀ ਟਰਾਲੀ ਦੇ ਵਿੱਚ ਰੁਕਿਓ ਹੋਟਲ 'ਚ ਨਹੀਂ ਗਏ। ਬੱਚੇ ਦੀ ਲੜਾਈ ਲੜਨ ਆਏ ਆ ਅਸੀਂ, ਸਾਡੀ ਤਾਂ ਉਮਰਾਂ ਲੰਘ ਚੁੱਕੀਆਂ। ਜਿਵੇਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਨੇ, ਆਂਸੂ ਗੈਸ ਜਿਹੜੇ ਸਿੱਟੇ ਗਏ, ਸਾਡੇ ਬੰਦੇ ਕੁਝ ਜ਼ਖਮੀ ਵੀ ਕੀਤੇ ਗਏ, ਉਹਦੇ ਨਾਲ ਸਾਡੇ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਉਹ ਜਦੋਂ ਆਪਾਂ ਇੱਥੇ ਬੈਠਦੇ ਹਾਂ ਲੋਕਾਂ 'ਚ ਵਿਚਰਦੇ ਹਾਂ ਤਾਂ ਹੀ ਪਤਾ ਲੱਗਦਾ ਵੀ ਜਦੋਂ ਆਂਸੂ ਗੈਸ ਚੱਲੇ ਸੀ ਤਾਂ ਸੂਏ ਮਾਰੇ ਜਾ ਰਹੇ ਸੀ ਟਾਇਰਾਂ ਦੇ ਉੱਤੇ ਸਾਡੇ ਟਰਾਲੀਆਂ ਦੇ। ਇਹ ਮੈਂ ਆਪ ਖੁਦ ਦੇਖਿਆ ਜੀ, ਜਿਹੜੇ ਜਦੋਂ ਆਂਸੂ ਗੈਸ ਸਾਡੇ ਵੱਜੇ ਮੈਂ ਟਰਾਲੀ ਦੇ ਉੱਤੇ ਸਪੀਚ ਦੇ ਰਿਹਾ ਸੀ ਤੇ ਥੱਲੇ ਆਇਆ ਤੇ ਕਾਫੀ ਦੇਰ ਤੱਕ ਤਾਂ ਨਿਕਲ ਨਹੀਂ ਹੋਇਆ, ਧੂੰਆਂ ਜ਼ਿਆਦਾ ਹੋ ਗਿਆ ਅੰਦਰ। ਜਦੋਂ ਬਾਹਰ ਨਿਕਲਣ ਲੱਗਿਆ ਤੇ ਬਾਹਰਲੇ ਪਾਸੇ ਸੂਆ ਮਾਰਿਆ ਜਾ ਰਿਹਾ ਸੀ ਉਸ ਟਰਾਲੀ ਦੇ ਉੱਤੇ ਜਿਹੜੀ ਟਰਾਲੀ 'ਚ ਮੈਂ ਬੈਠਾ ਸੀਗਾ। ਤੇ ਸਾਨੂੰ ਆਉਣ ਲੱਗੇ ਵੀ ਐਂ ਲੱਗਿਆ ਜਿਵੇਂ ਪਾਕਿਸਤਾਨ ਦੇ ਵਿੱਚ ਐਂਟਰੀ ਕਰਦੇ ਹੁੰਦੇ ਆ, ਉਹਨਾਂ ਨੇ 15-15 ਫੁੱਟ ਦੇ ਕੋਈ ਟੋਏ ਟਾਏ ਪੁੱਟੇ ਹੁਣ ਸਾਡੇ ਵਾਸਤੇ। ਉਹ ਤਾਂ ਜਿਵੇਂ ਕਹਿੰਦੇ ਆ ਵੀ ਬੁਝਾਰਤ ਹੁੰਦੀ ਆ ਵੀ ਭਗਤ ਸਿੰਘ ਜੰਮੇ ਗੁਆਂਢੀਆਂ ਦੇ, ਐਂ ਤਾਂ ਨਹੀਂ ਹੋਣਾ, ਕੁਰਬਾਨੀ ਤਾਂ ਆਪਦੀ ਕਰਨੀ ਪੈਣੀ ਹੈ। ਬਹੁਤ ਵੱਡਾ ਜਿਹੜਾ ਜਾਮ ਲੱਗ ਚੁੱਕਿਆ, ਬਹੁਤ ਆਵਾਮ ਪੂਰਾ ਹੀ ਪੰਜਾਬ ਮੈਂ ਕਹਿੰਦਾ ਹਰਿਆਣੇ ਦੇ ਵਿੱਚ ਬੈਠਾ ਅੱਜ। ਤੇ ਇਸ ਤੋਂ ਬਾਅਦ ਕੀ ਹੁਣ ਲੱਗਦਾ ਵੀ ਸਰਕਾਰ ਝੁਕੂਗੀ ਕਿਉਂਕਿ ਉਹਨਾਂ ਨੂੰ ਜੇ ਉਹ ਝੁਕਦੇ ਆ ਤਾਂ ਮੋਹਰ ਇਹ ਲੱਗ ਜਾਣੀ ਵੀ ਅਸੀਂ ਗਲਤ ਸੀਗੇ ਤੇ ਹੁਣ ਤੱਕ ਗਲਤ ਕਰਦੇ ਰਹੇ ਹਾਂ। ਤੁਹਾਨੂੰ ਲੱਗਦਾ ਵੀ ਉਹ ਇਹ ਮੋਹਰ ਲਗਾਉਣਗੇ? ਹੁਣ ਸਰਕਾਰ ਨੂੰ ਵੀ ਆਪਦਾ ਫਰਜ਼ ਨਿਭਾ ਲੈਣਾ ਚਾਹੀਦਾ। ਕੋਈ ਜਿੱਦ ਕਰਕੇ ਕਹਿੰਦੇ ਜਿੱਦ ਕਰਕੇ ਮਸਲ ਵਿਗੜ ਜਾਂਦੇ ਨੇ ਵੀ ਉਹੋ ਜਿਹਾ ਨਾ ਵਿਗਾੜਨ। ਇਹੋ ਜਿਹੇ ਹਾਲਾਤ ਪੰਜਾਬ 'ਚ ਪੈਦਾ ਨਾ ਕਰ ਦੇਣ ਹਰਿਆਣੇ 'ਚ ਵੀ ਇਹਨਾਂ ਨੂੰ ਸੰਭਾਲਣੇ ਮੁਸ਼ਕਿਲ ਹੋ ਜਾਣ। ਸਾਡੇ ਬਜ਼ੁਰਗਾਂ ਤੋਂ ਵੀ ਗਲਤੀ ਹੋ ਜਾਂਦੀ, ਕਈ ਵਾਰੀ ਬਾਪ ਵੀ ਆਪਣੇ ਬੇਟੇ ਤੋਂ ਗਲਤੀ ਮੰਨ ਲੈਂਦਾ। ਸਰਕਾਰ ਇੰਨੀ ਜਿੱਦਬਾਜ਼ੀ ਕਿਉਂ ਕਰਦੀ ਪਈ ਹੈ? ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਆ ਜਾਓ ਕੋਈ ਗੱਲ ਨਹੀਂ ਉੱਥੇ ਦਿੱਲੀ ਆ ਜਾਓ, ਤੇ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਆ ਜੀ। ਸੱਟਾਂ ਵੀ ਮਾਰੀ ਗਈਆਂ ਜੀ, ਕਈਆਂ ਕਿਸਾਨਾਂ ਦੀ ਸੱਟਾਂ ਵੀ ਲੱਗੀਆਂ ਕਿਧਰੋਂ, ਪਰ ਬੇਮਤਲਬ ਮਾਰੇ ਗਏ। ਤੇ ਜਿਹੜੇ ਨੌਜਵਾਨਾਂ ਨੇ ਤਾਕਤ ਜਿਵੇਂ ਦਿਖਾਈ ਹੈ ਜੀ, ਨੌਜਵਾਨਾਂ ਦੀ ਤਾਕਤ ਨੂੰ ਕਿਵੇਂ ਵੇਖਦੇ ਹੋ ਤੁਸੀਂ? ਇੱਕ ਪ੍ਰਧਾਨ ਨੂੰ ਤੇ ਆਪਣੇ ਇਹ ਸਾਰੇ ਸ਼ੇਰਾਂ ਨੂੰ ਕਿਵੇਂ ਵੇਖਦੇ? ਪੰਜਾਬੀਆਂ ਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ, ਸਾਬਤ ਕਰਤਾ ਨਾ ਕੌਣ। NRI ਭਰਾ ਜਿਹੜੇ ਹੈਗੇ ਨੇ ਉਹ ਲਗਾਤਾਰ ਮੈਨੂੰ ਵੀ ਫੋਨ ਆ ਰਹੇ ਨੇ ਵੀ ਯਾਰ ਸਾਡੀ ਤਾਂ 24 ਘੰਟੇ ਨਜ਼ਰ ਪੰਜਾਬ ਤੇ ਹਾਲਾਤ ਖਰਾਬ ਹੋ ਜਾਣਗੇ। ਬਹੁਤ ਸਾਰੇ ਚੈਨਲ ਨੇ ਜਾਂ ਬਹੁਤ ਸਾਰੇ ਲੋਕ ਨੇ ਉਹ ਇਹ ਵੀ ਕਹਿ ਰਹੇ ਨੇ ਵੀ ਹਾਂਜੀ ਫੌਜੀ ਪਹਿਰੇ ਲੱਗ ਗਏ ਜੀ, ਕਿਸਾਨਾਂ ਨੂੰ ਮਾਰ ਦੇਣਗੇ, ਹੋ ਜਾਣਗੇ। ਹਊਏ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਅਜਿਹੇ ਹਾਲਾਤ ਬਣਨ ਦੇ ਆਸਾਰ ਹੈਗੇ ਨੇ। ਜ਼ਬਰਦਸਤ ਕੁਐਸਚਨ ਪੁੱਛ ਲਿਆ, ਇਹਦਾ ਆਨਸਰ ਅੱਜ ਦੇਣਾ ਬੜਾ ਔਖਾ, ਪਰ ਮੈਂ ਇਹ ਦੱਸ ਸਕਦਾ ਜੇ ਤੁਹਾਨੂੰ ਇਸ਼ਾਰਾ ਕਰ ਦਈਏ ਜੇ ਸਾਡੇ ਤੇ ਫੌਜ ਲੱਗ ਗਈ ਨਾ ਬਹੁਤ ਮਹਿੰਗੀ ਪਊ ਸਰਕਾਰ ਨੂੰ। ਸਾਡੇ ਘਰਾਂ ਦੇ ਮੁੰਡੇ ਨੇ ਉਹ ਵੀ, ਤੇ ਇਹ ਤਾਂ ਗਲਤੀ ਨਾ ਹੀ ਕਰਨ। ਆਮ ਤੌਰ ਤੇ ਜਦੋਂ ਕੋਈ ਰਾਜਨੀਤਿਕ ਧਰਨਾ ਵੇਖਿਆ ਜਾਂਦਾ ਹੈ ਜਾਂ ਕਿਸੇ ਰਾਜਨੀਤਿਕ ਲੀਡਰ ਦੇ ਵੱਲੋਂ ਧਰਨਾ ਲਗਾਇਆ ਜਾਂਦਾ, ਉਸ ਅਗਵਾਈ ਕਰਦਾ ਲੀਡਰ, ਤਾਂ ਜਦੋਂ ਮੀਡੀਆ ਸੱਦਿਆ ਜਾਂਦਾ ਤਾਂ ਉਸ ਵੇਲੇ ਧਰਨਿਆਂ ਤੇ ਲੀਡਰ ਬਿਆਨ ਦਿੰਦੇ ਨੇ। ਜ਼ਿਆਦਾਤਰ, ਹਮੇਸ਼ਾ ਨਹੀਂ, ਜ਼ਿਆਦਾਤਰ ਦੀ ਮੈਂ ਗੱਲ ਕਰ ਰਿਹਾ। ਜ਼ਿਆਦਾਤਰ ਇਹੀ ਵੇਖਦੇ ਹਾਂ ਵੀ ਬਿਆਨਾਂ ਤੋਂ ਬਾਅਦ ਉਹ ਜੋ ਲੀਡਰ ਸਿਆਸੀ ਪਾਰਟੀ ਦਾ ਜੋ ਲੀਡਰ ਹੁੰਦਾ ਹੈ ਉਹ ਬਿਆਨ ਦਿੰਦਾ ਹੈ, ਤੇ ਉਸ ਤੋਂ ਬਾਅਦ ਜੇ ਰਾਤ ਦਾ ਸਮਾਂ ਹੈ ਤਾਂ ਲੋਕ ਤਾਂ ਉੱਥੇ ਹੀ ਬੈਠੇ ਰਹਿੰਦੇ ਨੇ ਜੋ ਪਾਰਟੀ ਮੈਂਬਰ ਹੁੰਦੇ ਨੇ, ਤੇ ਉਹ ਲੀਡਰ ਕਿਸੇ ਨਾ ਕਿਸੇ ਹੋਟਲ ਦੇ ਵਿੱਚ ਚਲੇ ਜਾਂਦਾ ਹੈ। ਤੇ ਹੁਣ ਅਸੀਂ ਗੱਲ ਕਰਨੀ ਹੈ ਕਿਸਾਨੀ ਸੰਘਰਸ਼ ਦੀ, ਤੇ ਇਸ ਦੇ ਵਿੱਚ ਲੀਡਰਾਂ ਦੀ ਕਿ ਕੌਣ ਹੁੰਦੇ ਨੇ ਅਸਲ ਲੀਡਰ, ਉਸ ਬਾਰੇ ਤੁਹਾਨੂੰ ਦੱਸਣਾ ਹੈ। ਅਸੀਂ ਇਸ ਵੇਲੇ ਹਰਿਆਣਾ ਦੇ ਵਿੱਚ ਕੁੰਡਲੀ ਬਾਰਡਰ 'ਤੇ ਹਾਂ। ਇੱਥੇ ਬਹੁਤ ਵੱਡਾ ਜਾਮ ਲੱਗਿਆ ਹੋਇਆ ਹੈ। ਘੱਟੋ ਘੱਟ 15 ਕਿਲੋਮੀਟਰ 15,000 ਦੇ ਕਰੀਬ ਜਿਹੜੀਆਂ ਟਰੈਕਟਰ ਟਰਾਲੀਆਂ ਹੈਗੀਆਂ ਉਹ ਇਸ ਜਾਮ ਦੇ ਵਿੱਚ ਨੇ। ਰੋਡ ਨੂੰ ਬਲੌਕ ਕੀਤਾ ਗਿਆ, ਰਾਤ ਦਾ ਸਮਾਂ ਹੈ, ਤੇ ਅਸੀਂ ਸੋਚਿਆ ਵੀ ਚਲੋ ਟਰਾਲੀਆਂ ਦੇ ਵਿੱਚ ਵੇਖਦੇ ਹਾਂ ਵੀ ਕਿਹੜੇ ਕਿਹੜੇ ਲੋਕ ਹੈ, ਪਤਾ ਵੀ ਕਰਦੇ ਹਾਂ ਵੀ ਲੀਡਰ ਕਿਹੜੇ ਹੋਟਲ ਦੇ ਵਿੱਚ ਠਹਿਰੇ ਆ, ਵੀ ਜਥੇਬੰਦੀ ਦੇ ਕਿਸੇ ਲੀਡਰ ਦੀ ਮੁਲਾਕਾਤ ਕਰਦੇ ਹਾਂ। ਪਰ ਜਦੋਂ ਅਸੀਂ ਵੇਖਿਆ ਤੇ ਸਾਨੂੰ ਇੱਥੇ ਪਤਾ ਲੱਗਦਾ ਹੈ ਬਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਿਹੜੇ ਦਿੱਲੀ ਦੇ ਨਾਲ ਜਦੋਂ ਕੇਂਦਰ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦਾ ਹਿੱਸਾ ਵੀ ਰਹਿੰਦੇ ਨੇ, ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਜਾਂ ਫਿਰ ਕਿਸਾਨ ਜਥੇਬੰਦੀਆਂ ਕਿਸਾਨ ਭਵਨ ਦੇ ਵਿੱਚ ਮੀਟਿੰਗਾਂ ਕਰਦੀਆਂ ਨੇ ਉਹਨਾਂ ਦਾ ਹਿੱਸਾ ਵੀ ਰਹਿੰਦੇ ਨੇ। ਤੇ ਉਹ ਸਾਨੂੰ ਟਰਾਲੀ ਦੇ ਵਿੱਚ ਮਿਲੇ ਨੇ। ਬਾਈ ਜੀ ਇਕੱਲੇ ਨਹੀਂ ਮਿਲੇ, ਇਹਨਾਂ ਦਾ ਬੇਟਾ ਹੈ, ਤੇ ਬੇਟੇ ਦੀ ਉਮਰ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ, 13 ਸਾਲ ਦਾ ਬੇਟਾ।
13 ਸਾਲ ਦੀ ਕੀ ਉਮਰ ਹੁੰਦੀ ਹੈ ਤੇ ਉਹ ਵੀ ਨਾਲ ਆਇਆ ਹੋਇਆ ਸੋ ਰਿਹਾ ਇਸ ਟਾਈਮ। ਮੱਛਰ ਦੇਖੋ ਕਿਵੇਂ ਹੈ ਪਰ ਪਾਇਆ ਹੋਇਆ ਹੈ। ਤੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਅਸੀਂ ਇਹ ਤਾਂ ਵੇਖਿਆ ਸੀ ਹੁਣ ਤੱਕ ਬਈ ਜਿਹੜੇ ਲੀਡਰ ਹੈ ਉਹ ਬਿਆਨ ਪ੍ਰੈਸ ਬਿਆਨ ਦੇ ਕੇ ਜਾਂ ਫਿਰ ਜੇ ਧਰਨੇ ਲੱਗੇ ਆ ਤਾਂ ਬਿਆਨ ਜਾਰੀ ਕਰਨ ਤੋਂ ਬਾਅਦ ਹੋਟਲਾਂ 'ਚ ਚਲੇ ਜਾਂਦੇ ਆ ਤੇ ਇੱਥੇ ਮੱਛਰ ਬਹੁਤ ਹੈ, ਨਾਲ ਬੇਟਾ ਵੀ ਲੈ ਕੇ ਆਏ ਹੋਏ ਹੋ ਜੀ। ਤੁਸੀਂ ਇੱਥੇ ਹੀ ਟਰਾਲੀ ਦੇ ਵਿੱਚ ਰੁਕੇ ਹੋ, ਹੋਟਲ 'ਚ ਨਹੀਂ ਗਏ? ਨਹੀਂ, ਹੋਟਲ 'ਚ ਤਾਂ ਕੋਈ ਜਾਣ ਦਾ ਗੱਲ ਹੀ ਨਹੀਂ ਬਣਦੀ। ਅਸੀਂ ਤਾਂ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ ਤੇ ਉਹਦੀ ਲੜਾਈ ਲੜ ਰਹੇ ਆ। ਅਸੀਂ ਆਪ ਦੀ ਟਰਾਲੀ ਲੈ ਕੇ ਆਏ ਆ, ਇਹਦੇ 'ਚ ਹੀ ਅਸੀਂ ਆਪਣਾ ਸੁੱਖ ਸਾਧਨ ਲਈ ਗੱਦੇ ਗੁੱਦੇ ਵਿਛਾਏ ਹੋਏ ਨੇ ਤੇ ਸਾਨੂੰ ਤਾਂ ਬੜੇ ਆਰਾਮ ਨਾਲ ਲੱਗਦਾ। ਸਾਨੂੰ ਤਾਂ ਹੋਟਲ ਨਾਲੋਂ ਵਧੀਆ ਲੱਗਿਆ ਕਿਉਂਕਿ ਅਸੀਂ ਆਪਣੇ ਲੋਕਾਂ ਦੇ ਵਿੱਚ ਬੈਠੇ ਆ। ਪਹਿਲੀ ਗੱਲ ਇਹ ਆ ਜਿਹੜਾ ਉਹਨਾਂ ਨੂੰ ਮਹਿਸੂਸ ਹੋਣਾ ਜਿੱਦਾਂ ਦੀ ਉਹ ਸੰਘਰਸ਼ ਲੜਦੇ ਨੇ, ਜਿਵੇਂ ਉਹ ਸਾਡੇ ਸੰਘਰਸ਼ ਦਾ ਸਾਥ ਦਿੰਦੇ ਨੇ ਇੱਕ ਇੱਕ ਜੀ ਲਿਆ ਕੇ। ਅਸੀਂ ਤਾਂ ਆਪਦੇ ਘਰ ਵਾਂਗੂ ਲੈ ਕੇ ਆਏ ਆ। ਇਹੀ ਤੁਹਾਨੂੰ ਮੈਂ ਕਹਿ ਕੇ ਲੈ ਕੇ ਆਇਆ ਸੀ ਚੰਡੀਗੜ੍ਹ ਖੜਾ ਵੀ ਅਸੀਂ ਤਾਂ ਜਦੋਂ ਵੀ ਜਾਵਾਂਗੇ ਟਰਾਲੀਆਂ ਨੂੰ ਪੱਕੇ ਤੰਬੂ ਗੱਡ ਕੇ ਮਹੀਨੇ ਦਾ ਰਾਸ਼ਨ ਲੈ ਕੇ ਜਾਵਾਂਗੇ। ਰਾਸ਼ਨ ਸਾਡੇ ਕੋਲ ਆ, ਉਹ ਤੁਸੀਂ ਦਿਖਾ ਸਕਦੇ ਹੋ। ਤੇ ਇੱਥੇ ਲੰਗਰ ਬਣਦੇ ਨੇ ਤੇ ਸਾਰੇ ਅਸੀਂ ਆਪਣਾ ਪੂਰੇ ਸਾਧਨ ਕੀਤੇ ਹੋਏ ਆ। ਸਾਨੂੰ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਲੱਗ ਰਹੀ ਵੀ ਕੋਈ ਘਾਟ ਆ ਸਾਡੇ 'ਚ। ਤੇ ਲੋਕਾਂ 'ਚ ਬੈਠ ਕੇ ਲੋਕਾਂ ਦੀ ਆਵਾਮ ਦੀ ਆਵਾਜ਼ ਵੀ ਸੁਣੀ ਜਾਂਦੀ ਆ। ਰੋਜ਼ ਦੀਆਂ ਇੱਥੇ ਸਿਆਸੀਕਰਨ ਜਿਹੜੇ ਚੇਂਜ ਹੋਣਗੇ, ਸਵੇਰੇ ਗੱਲ ਕੋਈ ਹੋਰ ਸੀ, ਸ਼ਾਮ ਨੂੰ ਕੋਈ ਹੋਰ ਆ। ਜਿਵੇਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਨੇ, ਆਂਸੂ ਗੈਸ ਜਿਹੜੇ ਸਿੱਟੇ ਗਏ, ਸਾਡੇ ਬੰਦੇ ਕੁਝ ਜ਼ਖਮੀ ਵੀ ਕੀਤੇ ਗਏ। ਉਹਦੇ ਨਾਲ ਸਾਡੇ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਨੇ, ਉਹ ਜਦੋਂ ਆਪਾਂ ਇੱਥੇ ਬੈਠਦੇ ਆ ਲੋਕਾਂ 'ਚ ਵਿਚਰਦੇ ਆ ਤਾਂ ਹੀ ਪਤਾ ਲੱਗਦਾ ਵੀ ਜਦੋਂ ਆਂਸੂ ਗੈਸ ਚੱਲੇ ਸੀ ਤਾਂ ਸੂਏ ਮਾਰੇ ਜਾ ਰਹੇ ਸੀ ਟਾਇਰਾਂ ਦੇ ਉੱਤੇ ਸਾਡੇ ਟਰਾਲੀਆਂ ਦੇ। ਤੇ ਕੁਝ ਉਹ ਵੀਡੀਓ ਸੂਇਆਂ ਵਾਲੀ ਵੀ ਉਹ ਕਿਵੇਂ ਮਤਲਬ ਕਿ ਕੌਣ ਮਾਰ ਰਿਹਾ ਜੀ ਉਹ ਸੂਏ? ਉਹ ਝੱਡਾ ਵੀ ਸਾਡੇ ਹੀ ਜਥੇਬੰਦੀ ਦਾ ਫੜਿਆ ਹੋਇਆ ਜੀ। ਹੁਣ ਸਾਨੂੰ ਆਪਣੇ ਜਥੇਬੰਦੀ ਦਾ ਬੰਦੇ ਦਾ ਪਤਾ ਨਾ ਵਰਕਰ ਕਿਹੜਾ ਵਾ, ਉਹ ਸਾਡਾ ਵਰਕਰ ਹੀ ਨਹੀਂ। ਸਾਡਾ ਹੀ ਝੰਡਾ ਫੜਿਆ ਹੋਇਆ, ਬੈਚ ਕਿਸੇ ਹੋਰ ਦਾ ਲਾਇਆ ਹੋਇਆ। ਉਹ ਬੰਦਾ ਜਦੋਂ ਦੇਖਿਆ ਵੀ ਆਹ ਹਰਕਤ ਕਰ ਰਿਹਾ, ਇਹੋ ਜਿਹੀ ਹਰਕਤ ਕੋਈ ਜ਼ਿਮੀਂਦਾਰ ਦੁਸ਼ਮਣ ਨਾਲ ਨਹੀਂ ਕਰਦਾ। ਇਹ ਕਿਹਨੇ ਦੇਖਿਆ ਜੀ? ਇਹ ਮੈਂ ਆਪ ਖੁਦ ਦੇਖਿਆ ਜੀ। ਜਿਹੜੇ ਜਦੋਂ ਆਂਸੂ ਗਏ ਸਾਡੇ ਵੱਜੇ, ਮੈਂ ਟਰਾਲੀ ਦੇ ਉੱਤੇ ਸਪੀਚ ਦੇ ਰਿਹਾ ਸੀ ਤੇ ਥੱਲੇ ਆਇਆ ਤੇ ਕਾਫੀ ਦੇਰ ਤੱਕ ਤਾਂ ਨਿਕਲ ਨਹੀਂ ਹੋਇਆ, ਧੂੰਆਂ ਜ਼ਿਆਦਾ ਹੋ ਗਿਆ ਅੰਦਰ। ਜਦੋਂ ਬਾਹਰ ਨਿਕਲਣ ਲੱਗਿਆ ਤੇ ਬਾਹਰਲੇ ਪਾਸੇ ਸੂਆ ਮਾਰਿਆ ਜਾ ਰਿਹਾ ਸੀ ਉਸ ਟਰਾਲੀ ਦੇ ਉੱਤੇ ਜਿਹੜੀ ਟਰਾਲੀ 'ਚ ਮੈਂ ਬੈਠਾ ਸੀਗਾ। ਤੇ ਉਹ ਬੰਦਾ ਮਾਰ ਰਿਹਾ, ਝੰਡਾ ਫੜ ਕੇ ਵੀ ਐਂ ਦੇਖਿਆ। ਜਾਨੂੰ ਉਹਦੇ ਵੱਲ ਵੱਧਦਾ ਤਾਂ ਮੇਰੀ ਅੱਖਾਂ 'ਚ ਇੰਨਾ ਜ਼ਿਆਦਾ ਪਾਣੀ ਤੇ ਇੰਨੀ ਜ਼ਿਆਦਾ ਖੰਘ ਹੋ ਗਈ ਸੀ ਵੀ ਆਪੋ ਆਪ ਹੀ ਸੰਭਾਲਣ ਲੱਗ ਗਏ ਸੀ। ਮਗਰ ਨੂੰ ਚਲੇ ਗਏ। ਜਾਨੂੰ ਜਦ ਤੱਕ ਪਾਣੀ ਨਹੀਂ ਲੱਭਿਆ, ਜਦ ਤੱਕ ਸਾਨੂੰ ਇੱਕਦਮ ਨਿਗਾਹ ਹੀ ਖਤਮ ਹੋ ਗਈ ਤੇ ਹੋਸ਼ ਹੀ ਨਹੀਂ ਆ ਰਿਹਾ ਸੀ, ਸਾਹ ਨਹੀਂ ਆ ਰਿਹਾ ਸੀ। ਤੇ ਪਰ ਇਹੋ ਜਿਹੀ ਸ਼ਰਾਰਤਾਂ ਹੋ ਰਹੀਆਂ ਨੇ ਜਿਹੜੀਆਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਸਰਕਾਰਾਂ ਦੀਆਂ ਏਜੰਸੀਆਂ ਕਰ ਰਹੀਆਂ ਨੇ ਸਾਡੇ 'ਚ ਬੰਦੇ ਪਾ ਕੇ, ਜਾਂ ਕੋਈ ਤਰੀਕੇ ਦੁਸ਼ਮਣ ਏਜੰਸੀਆਂ ਕਹਿ ਲਓ, ਕਿਸਾਨਾਂ ਦੀ ਜਿਹੜੀ ਦੁਸ਼ਮਣ ਏਜੰਸੀਆਂ ਨੇ ਉਹ ਇੱਥੇ ਸਾਜ਼ਿਸ਼ਾਂ ਕਰ ਰਹੀਆਂ ਨੇ। ਅਲੱਗ-ਅਲੱਗ ਜਗ੍ਹਾ ਤੋਂ ਅਲੱਗ ਜ਼ਿਲ੍ਹੇ ਇਕੱਠੇ ਹੋਏ ਆ, ਅਲੱਗ-ਅਲੱਗ ਜਥੇਬੰਦੀਆਂ ਦੇ ਬੰਦੇ ਇਕੱਠੇ ਹੋਏ ਆ। ਇੱਦਾਂ ਕਿਸੇ ਨੂੰ ਪਸੰਦ ਨਹੀਂ ਆ ਰਹੀਆਂ। ਇਹ 70-72 ਸਾਲਾਂ ਜਿੰਨੀ ਦਾ ਆਜ਼ਾਦੀ ਹੋਈ ਹੈ, ਇਹ ਪਹਿਲਾ ਇਕੱਠ ਹੋਣਾ ਜਿਹੜਾ ਟਰੈਕਟਰ ਟਰਾਲੀਆਂ ਨਾਲ ਜ਼ਿਮੀਂਦਾਰਾਂ ਨੇ ਆ ਕੇ ਦਿੱਲੀ ਘੇਰ ਲਿਆ। ਤੇ ਅੱਜ ਦਿੱਲੀ ਘੇਰਿਆ ਹੋਇਆ, ਰੋਹਤਕ ਵਾਲੀ ਸੜਕ ਵੀ ਬੰਦ ਆ ਪੰਜਾਬ ਵੱਲੋਂ, ਤੇ ਆਹ ਜਿਹੜੀ ਨੈਸ਼ਨਲ ਹਾਈਵੇ ਆਪਣੀ ਵੰਨ ਕਹਿੰਦੇ ਆ ਇਹ ਵੀ ਬੰਦ ਆ। ਤੇ ਇਹ ਲੜਾਈ ਜਿਵੇਂ ਚੱਲ ਰਹੀ ਆ, ਇਹਦਾ ਹੁਣ ਕਿਵੇਂ ਰੂਪ ਲੈ ਕੇ ਜਾਂਦੀ ਹੈ ਸਾਨੂੰ ਬਹੁਤ ਫਿਕਰ ਆ ਵੀ ਸਰਕਾਰਾਂ ਨੂੰ ਇੰਨਾ ਹਜੂਮ ਦੇਖ ਕੇ ਜਦੋਂ ਪਿੱਛੇ ਨੂੰ ਤੁਸੀਂ 10-15 ਕਿਲੋਮੀਟਰ ਦੇਖੋ ਤੇ ਸਾਰਾ ਹਜੂਮ ਬੰਦ ਆ। ਤੇ ਸਾਨੂੰ ਆਉਣ ਲੱਗੇ ਵੀ ਐਂ ਲੱਗਿਆ ਜਿਵੇਂ ਪਾਕਿਸਤਾਨ ਦੇ ਵਿੱਚ ਐਂਟਰੀ ਕਰਦੇ ਹੁੰਦੇ ਆ, ਉਹਨਾਂ ਨੇ 15-15 ਫੁੱਟ ਦੇ ਕੋਈ ਟੋਏ ਟਾਏ ਪੁੱਟੇ ਹੁਣ ਸਾਡੇ ਵਾਸਤੇ। ਜਿਵੇਂ ਆਰਮੀ ਦੀ ਲੜਾਈ ਵਾਸਤੇ ਟੋਏ ਪੁੱਟੇ ਜਾਂਦੇ ਆ, ਦਰਿਆ ਬਣਾਏ ਜਾਂਦੇ ਆ ਝੂਠੇ, ਨਹਿਰਾਂ ਬਣਾਈ ਜਾਂਦੀਆਂ ਵੀ ਅੱਗੇ ਆਉਣ ਨਾ ਪਾਣੀ ਛੱਡਿਆ ਜਾਂਦਾ। ਤੇ ਇਸ ਤਰ੍ਹਾਂ ਦੇ ਰਾਹ ਬਣਾਏ ਹੋਏ ਸੀ ਸਾਡੇ ਵਾਸਤੇ। ਕਿਤੇ ਸਾਡੇ ਗੋਲੇ ਮਾਰ ਰਹੇ ਸੀ, ਕਿਤੇ ਲਾਠੀਆਂ ਮਾਰ ਰਹੇ ਸੀ, ਪਰ ਲੋਕੀ ਇੱਥੇ ਤੱਕ ਆ ਗਏ। ਸਾਡਾ ਕਿਉਂਕਿ ਟੀਚਾ ਇਹ ਸੀ ਵੀ ਦਿੱਲੀ ਦੀ ਹੱਦ ਤੱਕ ਜਾਣਾ ਤੇ ਦਿੱਲੀ ਨੂੰ ਚੋਕ ਕਰਨਾ, ਉਹਦੀ ਅਸੀਂ ਹੁਣ ਪੈਰਵਾਈ ਕਰ ਰਹੇ ਹਾਂ ਤੇ ਬੈਠੇ ਵੀ ਹਾਂ। ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ। ਤੁਹਾਡੇ ਵਿੱਚੋਂ ਵੀ ਅਸੀਂ ਆਵਾਮ ਨੂੰ ਵੀ ਕਹਿੰਦੇ ਹਾਂ ਵੀ ਸਰਕਾਰਾਂ ਦਾ ਗੱਲ ਬਚਾਓ ਵੀ ਕਿਸਾਨ ਕਿਵੇਂ ਬੈਠੇ ਨੇ। ਤੇ ਜਿਹੜੇ 3 ਲਾਅ ਤੁਸੀਂ ਦਿੱਤੇ ਨੇ, ਜਿਹੜੇ ਕਹਿ ਰਹੇ ਸੀ ਉੱਥੇ ਜਾ ਕੇ ਲੀਡਰ ਇਹ ਵੀ ਇਹ 3 ਕਾਨੂੰਨ ਕਿਸਾਨੀ ਹੱਕ 'ਚ ਨੇ, ਜੇ ਕਿਸਾਨੀ ਹੱਕ 'ਚ ਫਿਰ ਏਡਾ ਵੱਡਾ ਹਜੂਮ ਕਿਵੇਂ ਆ ਗਿਆ? ਇਹ ਕਿਸੇ ਸਿਆਸੀ ਪਾਰਟੀ ਦਾ ਹਜੂਮ ਨਹੀਂ ਹੈ। ਤੁਸੀਂ ਬਾਹਰ ਜਾ ਕੇ ਦੇਖੋ, ਚੁੱਲ੍ਹੇ ਆਪਦੇ ਆਪ ਡਾਏ ਹੋਏ ਆ, ਜਿਹੜੇ ਘਰੇ ਚੋਪੜੀਆਂ ਖਾਂਦੇ ਪਏ ਸੀ ਆਪ ਬਣਾਉਂਦੇ ਪਏ ਨੇ ਫੁਲਕੇ। ਇਹ ਹਾਲ 'ਚ ਅਸੀਂ ਬੈਠੇ ਹਾਂ, ਪਰ ਫਿਰ ਵੀ ਤਿਆਰ ਹਾਂ, ਕੁਛ ਨਹੀਂ, ਡਟੇ ਹੋਏ ਹਾਂ ਤੇ ਬਹੁਤ ਲੰਬੀ ਲੜਾਈ ਲੜਨ ਲਈ ਅਸੀਂ ਦਮ ਲੈ ਕੇ ਆਏ ਹਾਂ। ਬਿਲਕੁਲ। ਤੇ ਇਹਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਨੌਜਵਾਨ ਵਹੀਰਾਂ ਤੋਂ ਜਿਹੜੇ ਨੌਜਵਾਨ ਨੇ ਉੱਥੇ ਜਾ ਕੇ ਚਲੋ ਜੀ ਲੋੜ ਹੈ ਤੇ ਹਰ ਕੋਈ ਅਪੀਲ ਕਰਦਾ ਸੀ, ਹਾਲਾਂਕਿ ਆਪ ਮੁਹਾਰੀ ਤੁਰੇ ਹੋਏ ਨੌਜਵਾਨ ਤਾਂ। ਪਰ ਤੁਸੀਂ ਇਹ 13 ਸਾਲ ਦੀ ਉਮਰ ਹੈ ਜੀ ਬੱਚੇ ਦੀ, ਇਹਨੂੰ ਲੈ ਕੇ ਆਏ ਹੋ ਜੀ ਨਾਲ। ਇਹ ਕਿਉਂ ਜੀ? ਇਸ ਕਰਕੇ ਤਾਂ ਨਹੀਂ ਹੈ ਵੀ ਮੈਂ ਇੱਕ ਪ੍ਰਧਾਨ ਆ ਵੀ ਲੋਕ ਨਾ ਕਹਿਣ ਵੀ ਬੱਚਾ ਘਰ ਰਹਿ ਗਿਆ ਜੀ? ਦੇਖੋ, ਬੱਚੇ ਦੀ ਲੜਾਈ ਲੜਨ ਆਏ ਆ ਅਸੀਂ। ਸਾਡੀ ਤਾਂ ਉਮਰਾਂ ਲੰਘ ਚੁੱਕੀਆਂ। 5-10 ਸਾਲ ਜੇ ਸਰਕਾਰਾਂ ਨੇ ਕਾਨੂੰਨ ਵੀ ਚੇਂਜ ਕਰ ਲਏ ਤਾਂ ਸਾਡਾ ਤਾਂ ਸਰ ਜੂਗਾ, ਇਹਨਾਂ ਦਾ ਨਹੀਂ ਸਰਨਾ। ਅਸੀਂ ਆਪਣੇ ਭਵਿੱਖ ਨੂੰ ਹੀ ਲੈ ਕੇ ਆਏ ਹਾਂ ਮੂਹਰੇ।
ਕਿਉਂਕਿ ਇਹਨਾਂ ਦਾ ਭਵਿੱਖ ਵੀ ਖੇਤੀਬਾੜੀ ਆ। ਸਾਡਾ ਧੰਦਾ ਮਗਰੋਂ ਪਿਤਾ ਪੁਰਖੀ ਧੰਦਾ ਖੇਤੀਬਾੜੀ ਰਿਹਾ ਤੇ ਉਹਦੇ ਤਾਂ ਇਹੀ ਨਿਰਭਰ ਅੱਜ ਤੱਕ ਕੋਠੀਆਂ ਕਾਰਾਂ ਜੋ ਵੀ ਬਣੀਆਂ ਉਹਦੇ ਵਿੱਚੋਂ ਨਿਕਲੀਆਂ ਨੇ। ਤੇ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਸੰਘਰਸ਼ ਕਿਵੇਂ ਲੜੇ ਜਾਂਦੇ ਨੇ, ਕਿਵੇਂ ਯੂਥ ਜੇ ਲੋਕਾਂ ਦੇ ਮੁੰਡਿਆਂ ਨੂੰ ਲੈ ਕੇ ਆਉਂਦੇ ਤੇ ਆਪਦੇ ਮੁੰਡੇ ਨੂੰ ਕਿਉਂ ਨਹੀਂ। ਉਹ ਤਾਂ ਜਿਵੇਂ ਕਹਿੰਦੇ ਆ ਵੀ ਬੁਝਾਰਤ ਹੁੰਦੀ ਆ ਵੀ ਭਗਤ ਸਿੰਘ ਜੰਮੇ ਗੁਆਂਢੀਆਂ ਦੇ, ਐਂ ਤਾਂ ਨਹੀਂ ਹੋਣਾ। ਕੁਰਬਾਨੀ ਤਾਂ ਆਪਦੀ ਕਰਨੀ ਪੈਣੀ ਆ। ਇਹ ਤਾਂ ਆਪਾਂ ਨੂੰ ਲੜਾਈ ਸਾਰਿਆਂ ਨੂੰ ਲੜਨੀ ਪੈਣੀ ਆ, ਹਰ ਇੱਕ ਕਿਸਾਨ ਨੂੰ ਲੜਨੀ ਪੈਣੀ ਆ, ਸਮਝ ਕੇ ਲੜਨੀ ਪੈਣੀ ਆ, ਸੋਚ ਕੇ। ਤੁਹਾਡੇ ਦੌਰਾਨ ਮੈਂ ਮੀਡੀਆ 'ਚ ਇਹ ਵੀ ਦੱਸਣਾ ਚਾਹੁੰਦਾ ਵੀ ਇਹਨੂੰ ਸ਼ਾਂਤਮਈ ਤੇ ਰੱਖੇ ਆ ਵੀ ਇਹਦੇ ਅਪੀਲ ਕਰ ਰਿਹਾ ਵੀ ਸਾਰਿਆਂ ਨੂੰ ਵੀ ਇਹ ਸ਼ਾਂਤਮਈ ਰੱਖੀਏ। ਆਪਾਂ ਬਹੁਤ ਵੱਡੀ ਲੜਾਈ ਜਿੱਤ ਲਈ। ਜਿਹੜੇ ਹਿਸਾਬ ਨਾਲ ਆਪਾਂ ਜਿੱਤ ਲਈ ਮੀਡੀਆ ਨਹੀਂ ਦਿਖਾ ਰਿਹਾ, ਜਿਹੜਾ ਗੋਦੀ ਮੀਡੀਆ ਕਹਿ ਦਿੰਦੇ ਆ, ਪਰ ਤੁਸੀਂ ਜੇ ਦਿਖਾ ਰਹੇ ਹੋ ਤਾਂ ਤੁਹਾਡਾ ਸ਼ੁਕਰੀਆ। ਪਰ ਇਹ ਵਰਲਡ ਤੱਕ ਪਹੁੰਚਾਓ ਗੱਲ। ਜਿਹੜੇ ਸਾਡੇ ਮੁੰਡੇ ਬਾਹਰ ਟਰੱਕ ਚਲਾ ਰਹੇ ਆ, ਸਾਡੇ ਮੁੰਡੇ ਉੱਥੇ ਸਟੋਰ ਪਾਈ ਬੈਠੇ ਨੇ, ਉਹਨਾਂ ਨੂੰ ਦੱਸਿਆ ਜਾਵੇ ਵੀ ਇਹੋ ਜਿਹੇ ਕਿਸਾਨ ਹੁਣ ਤੁਹਾਡੀ ਲੜਾਈ ਲੜ ਰਹੇ ਆ। ਤੁਹਾਡੇ ਪਿਛੋਕੜ ਜਿਹੜੇ ਜੜ੍ਹਾਂ ਮਜ਼ਬੂਤ ਨੇ। ਸਾਡਾ ਇਤਿਹਾਸ ਜੋ ਅਸੀਂ ਨਾਲ ਲੈ ਕੇ ਆਏ ਆ, ਟਰਾਲੀਆਂ ਟਰੈਕਟਰ ਜੇ ਖਾਣਾ ਲੈ ਕੇ ਆਏ, ਇਤਿਹਾਸ ਵੀ ਨਾਲ ਲੈ ਕੇ ਆਏ ਆ ਵੀ ਇਹ ਇਤਿਹਾਸ ਉਹ ਯੋਧਿਆਂ ਦਾ। ਦਿੱਲੀ ਜਿਹਨੇ 18 ਵਾਰ ਜਿੱਤ ਲਈ ਸੀ ਤੇ ਐਤਕੀ ਵੀ ਦਿੱਲੀ ਨੇ ਮੂਹਰੇ ਹੀ ਰੋਕਿਆ ਹੋਇਆ ਪੂਰਾ। ਇਹਨੂੰ ਦਬਾਉਣ ਦਾ ਕੋਸ਼ਿਸ਼ ਨਾ ਕਰਨ। ਸ਼ਾਂਤਮਈ ਤਰੀਕਾ ਜ਼ਰੂਰ ਆ, ਇਹਨੂੰ ਖਰਾਬ ਕਰਨ ਦੀ ਤਰੀਕਾ ਨਾ ਕਰਨ। ਸਾਡੀਆਂ ਮੰਗਾਂ ਜਾਇਜ਼ ਨੇ, ਇਹਨੂੰ ਸਰਕਾਰ ਸੁਣੇ ਤੇ ਇਹ ਪੂਰੀਆਂ ਕੀਤੀਆਂ ਜਾਣ। ਬਿਲਕੁਲ। ਤੇ ਕਾਦੀਆਂ ਸਾਹਿਬ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਤੁਸੀਂ ਲਗਾਤਾਰ ਕਿਸਾਨ ਭਵਨ ਦੇ ਵਿੱਚ ਮੀਟਿੰਗਾਂ ਰਣਨੀਤੀਆਂ ਤਿਆਰ ਹੁੰਦੀਆਂ ਰਹੀਆਂ, ਤਾਂ ਗੱਲਾਂ ਇਹ ਵੀ ਹੁੰਦੀਆਂ ਰਹੀਆਂ ਹੋਣਗੀਆਂ ਵੀ ਜਿਹੜੀ ਹੁਣ 26-27 ਨੂੰ ਜਾਣਾ ਹੈ ਤਾਂ ਉੱਥੇ ਇਹ ਹੋ ਸਕਦਾ, ਇਸ ਤਰ੍ਹਾਂ ਹੋ ਸਕਦਾ। ਤੇ ਉਹ ਜੋ ਅੰਦਾਜ਼ੇ ਸੀਗੇ ਉਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ, ਜਾਂ ਫਿਰ ਜੋ ਅੰਦਾਜ਼ੇ ਸੀਗੇ ਉਹ ਗਲਤ ਸੀ, ਤਸਵੀਰ ਕੁਝ ਹੋਰ ਹੋ ਗਈ ਹੈ? ਦੇਖੋ, ਅਸੀਂ ਇੱਕਦਮ ਤਾਂ ਦਿੱਲੀ ਆਏ ਨਹੀਂ। ਘੱਟੋ ਘੱਟ ਜੇ ਆਪਾਂ ਅੱਜ ਤੋਂ ਲਾਈਏ 25 ਤਰੀਕ ਦਾ ਬੰਦ ਰੱਖਿਆ ਸੀ ਪੰਜਾਬ ਬੰਦ, ਜਦੋਂ ਸਾਨੂੰ ਭਰਪੂਰ ਹੁੰਗਾਰਾ ਮਿਲਿਆ ਸੀ ਪੂਰੇ ਪੰਜਾਬ ਤੋਂ ਤੇ ਹਰ ਵਰਗ ਨੇ ਸਾਡਾ ਸਾਥ ਦਿੱਤਾ ਸੀਗਾ। ਉਸ ਤੋਂ ਲੈ ਕੇ ਅੱਜ ਤੱਕ 60 ਦਿਨ ਤੋਂ ਉੱਪਰ ਹੋ ਚੁੱਕੇ ਆ। 60 ਦਿਨ ਦੇ ਜਿਹੜਾ ਸੰਘਰਸ਼ ਲਗਾਤਾਰ ਚੱਲਿਆ ਜੁੜੀਆਂ ਹੋਈਆਂ ਜਥੇਬੰਦੀਆਂ ਦਾ, ਉਹ ਇਹੋ ਜਿਹਾ ਸੀ ਵੀ ਪੂਰਾ ਸ਼ਾਂਤਮੂਰ ਚੱਲਿਆ। ਸਰਕਾਰਾਂ ਨੇ ਪਰ ਉਹਦਾ ਧਿਆਨ ਨਹੀਂ ਦਿੱਤਾ। 2 ਮੀਟਿੰਗਾਂ ਹੋਈਆਂ ਸਰਕਾਰਾਂ ਦੀਆਂ, ਇੱਕ ਵਾਰੀ ਸਿਰਫ ਸੈਕਟਰੀ ਲੈਵਲ ਕਰਤੇ ਜਿਹੜੀ ਵਾਕਆਊਟ ਹੋ ਗਏ। ਇੱਕ ਮੀਟਿੰਗ ਕਹਿ ਲਓ ਤੁਸੀਂ 13 ਤਰੀਕ ਦੀਵਾਲੀ ਤੋਂ ਪਹਿਲਾਂ ਦਿੱਤੀ ਸੀ। ਉਹ ਮੀਟਿੰਗ ਤੋਂ ਵੀ ਸਾਨੂੰ ਬੜੀ ਆਸਾ ਸੀ, ਜਿਵੇਂ ਆਪਾਂ ਕਹਿ ਲਈਏ ਕੋਈ ਪੰਚਾਇਤੀ ਲੜਾਈ ਹੋ ਜਾਏ ਤੇ ਜਾਂ ਕੋਈ ਆਪਣੇ ਰਿਸ਼ਤੇਦਾਰ ਵਿਗੜਿਆ ਹੋਵੇ ਤੇ ਉਹ ਵਿਆਹ ਤੋਂ ਪਹਿਲਾਂ ਆਪਾਂ ਨੂੰ ਕਾਰਡ ਦੇਣ ਆ ਜਾਏ ਤਾਂ ਐਂ ਲੱਗਦਾ ਹੁੰਦਾ ਵੀ ਕੋਈ ਰਾਜੀਨਾਮਾ ਹੋ ਜੂ ਜੇ ਬੋਲ ਬੜੀਆ ਚੁੱਪਾਂ। ਤੇ ਜੇ ਕਿਸੇ ਲੜਾਈ ਹੋਵੇ ਵੀ ਤਿਉਹਾਰ ਆ ਗਿਆ ਵੀ ਹੁਣ ਤਾਂ ਆਪਾਂ ਬੈਠੇ ਹਾਂ ਵੀ ਤਿਉਹਾਰ ਆਪਾਂ ਇਕੱਠੇ ਮਨਾਈਏ। ਵੀ ਸਰਕਾਰ ਦਾ ਰਵੱਈਆ ਕਿਹੋ ਜਿਹਾ ਰਹੂਗਾ ਵੀ ਕਿਸਾਨਾਂ ਨੂੰ ਸ਼ਾਇਦ ਕੁਝ ਦੇਣਾ ਹੋਵੇ। ਅਸੀਂ ਵੀ ਉਹ ਆਏ ਪਰ ਕੋਈ ਰਵੱਈਆ ਹੋ ਜਾ ਨਹੀਂ। ਕਹਿੰਦੇ ਵੀ ਗੱਲਬਾਤ ਰਹੀ ਜ਼ਰੂਰ, ਗੱਲਬਾਤ ਜਾਰੀ ਵੀ ਰਹੂਗੀ। ਟੇਬਲ ਟਾਕ ਤੋਂ ਕਦੀ ਭੱਜਦੀ ਨਹੀਂ ਜਥੇਬੰਦੀਆਂ, ਪਰ ਕੋਈ ਸਿੱਟਾ ਨਹੀਂ ਦੇ ਸਕੇ ਸਾਨੂੰ, ਸਾਡੇ ਗੱਲਾਂ ਦਾ ਜਵਾਬ ਨਹੀਂ ਦੇ ਸਕੇ। 2 ਵਾਰੀ ਮੰਗ ਪੱਤਰ ਦੇਤੀਆਂ, 3 ਤਰੀਕ ਦੀ ਕਹਿੰਦੇ ਫੇਰ ਮੀਟਿੰਗ ਰੱਖੀ ਹੈ, ਪਰ ਕੋਈ ਏਜੰਡਾ ਨਹੀਂ ਦੇ ਸਕੇ। ਉਹ ਸਾਨੂੰ ਏਜੰਡਾ ਦੇਣਾ ਚਾਹੀਦਾ ਸੀ। ਜਿਹੜੀਆਂ ਮੰਗਾਂ ਗਈਆਂ ਸੀ ਉਹਦੇ ਮੂਹਰੇ ਕੁਐਸਚਨ ਮਾਰਕ ਲਾ ਕੇ ਦੇ ਦਿੰਦੇ ਬੇਸ਼ੱਕ ਵੀ ਨਹੀਂ ਸਾਨੂੰ ਮਨਜ਼ੂਰ ਨਹੀਂ, ਕੁਐਸਚਨ ਮਾਰਕ ਆ ਵੀ ਹਾਲੇ ਕੁਐਸਚਨ ਆ ਤੁਹਾਡੇ ਤੇ ਇਹ ਗੱਲ ਤੇ। ਪਰ ਕੋਈ ਵੀ ਇਹਨਾਂ ਦਾ ਆਨਸਰ ਨਹੀਂ ਆਇਆ ਜਿਹੜਾ ਕਿ ਆਉਣਾ ਚਾਹੀਦਾ ਸਰਕਾਰਾਂ ਦਾ। ਵੀ ਜਿਵੇਂ ਇਹ ਸਾਡੇ ਤੇ ਕਾਨੂੰਨ ਲਾਉਂਦੀ ਆ, ਅਸੀਂ ਵੀ ਮੰਗ ਪੱਤਰ ਦਿੰਦੇ ਆ, ਉਹਦਾ ਜਵਾਬ ਤਾਂ ਦੇ ਦਿਓ। ਰਿਟਰਨ ਦਿੰਦੇ ਆ, ਰਿਟਰਨ ਤੁਸੀਂ ਜਵਾਬ ਦਿਓ, ਫਿਰ ਏਜੰਡਾ ਰੱਖਾਂਗੇ, ਏਜੰਡਾ ਅਸੀਂ ਲੈ ਕੇ ਆਵਾਂਗੇ, ਫਿਰ ਤੁਹਾਡੇ ਜਵਾਬਾਂ ਦਾ ਅਸੀਂ ਸੰਤੁਸ਼ਟੀ ਕਰਾਵਾਂਗੇ ਵੀ ਜਿਹੜੇ ਤੁਸੀਂ ਕਾਨੂੰਨ ਬਣਾਏ ਆ ਇਹ ਕਿਉਂ ਗਲਤ ਨੇ। ਤੇ ਉਹ ਸਰਕਾਰ ਲਿਖਤ ਤਾਂ ਨਹੀਂ ਦੇ ਰਹੀ ਕਿਉਂਕਿ ਸਰਕਾਰ ਭੱਜ ਰਹੀ ਹੈ। ਸਰਕਾਰ ਨੂੰ ਪਤਾ ਅਸੀਂ ਕਾਨੂੰਨ ਤੋੜੇ ਨੇ, ਇਹਨਾਂ ਨੇ ਫੈਡਰਲ ਸਟਰਕਚਰ ਤੋੜਿਆ, ਜਿਹੜੀਆਂ ਸਟੇਟਾਂ ਦਾ ਹੱਕ ਸੀ ਉਹ ਤੋੜਿਆ। ਉਹਨਾਂ ਦੇ ਉੱਤੇ ਜ਼ਬਰਦਸਤੀ ਆਪ ਦਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ। ਜਿਹੜਾ ਸਟੇਟ ਅਫੇਅਰ ਫਾਰਮਿੰਗ ਸਟੇਟ ਅਫੇਅਰ ਸੀਗਾ ਬਿਜ਼ਨਸ, ਉਹ ਤੇ ਉੱਪਰ ਸੈਂਟਰਲ ਆਪਣਾ ਦਾਅਵਾ ਕਰਨਾ ਚਾਹੁੰਦੀ ਹੈ। ਤੇ ਸਾਫ਼ ਤਰੀਕੇ ਨਾਲ ਸਮਝ ਆ ਰਿਹਾ ਹੁਣ ਸਾਨੂੰ, ਜਿਵੇਂ ਸਾਡੇ ਨਾਲ ਧੱਕਾ ਹੋ ਰਿਹਾ, ਇੱਥੇ ਬੈਠੇ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਵੀ ਕਾਰਪੋਰੇਟ ਘਰਾਣਿਆਂ ਦੇ ਹੱਥ ਇੱਕ ਘੁੰਮ ਰਹੀ ਹੈ ਸਰਕਾਰ, ਉਹਨਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਹੁਣ ਤੇ ਬਹੁਤ ਵੱਡਾ ਜਿਹੜਾ ਜਾਮ ਲੱਗ ਚੁੱਕਿਆ, ਬਹੁਤ ਆਵਾਮ, ਪੂਰਾ ਹੀ ਪੰਜਾਬ ਮੈਂ ਕਹਿੰਦਾ ਹਰਿਆਣੇ ਦੇ ਵਿੱਚ ਬੈਠਾ ਅੱਜ। ਤੇ ਇਸ ਤੋਂ ਬਾਅਦ ਕੀ ਹੁਣ ਲੱਗਦਾ ਵੀ ਸਰਕਾਰ ਝੁਕੂਗੀ? ਕਿਉਂਕਿ ਉਹਨਾਂ ਨੂੰ ਜੇ ਉਹ ਝੁਕਦੇ ਆ ਤਾਂ ਮੋਹਰ ਇਹ ਲੱਗ ਜਾਣੀ ਵੀ ਅਸੀਂ ਗਲਤ ਸੀਗੇ ਤੇ ਹੁਣ ਤੱਕ ਗਲਤ ਕਰਦੇ ਰਹੇ ਹਾਂ। ਤੁਹਾਨੂੰ ਲੱਗਦਾ ਵੀ ਉਹ ਇਹ ਮੋਹਰ ਲਗਾਉਣਗੇ ਹੁਣ? ਦੇਖੋ, ਜਿਹੜੀ ਤੁਸੀਂ ਆ ਜਾਮ ਦੀ ਗੱਲ ਕਰਦੇ ਹੋ, ਜਿੰਨੀ ਸਾਨੂੰ ਆਸ ਸੀ ਉਦੋਂ ਦੁੱਗਣਾ ਤਿੱਗਣਾ ਹੋ ਗਿਆ। ਅਸੀਂ ਤਾਂ ਹਜ਼ਾਰਾਂ ਟਰੈਕਟਰ ਕਹਿੰਦੇ ਸੀ ਲੈ ਕੇ ਜਾਵਾਂਗੇ, ਲੱਖਾਂ ਕਿਸਾਨ ਲੈ ਕੇ ਜਾਵਾਂਗੇ, ਤਾਂ ਉਦੋਂ ਵੀ ਵੱਧ ਗਿਆ। ਤੇ 2 ਸੜਕਾਂ ਰੋਕੀਆਂ ਨੇ ਘੱਟੋ ਘੱਟ, ਦੋਨੇ ਸੜਕਾਂ ਦੇ ਉੱਤੇ ਹੀ ਮੰਗੀ 3-3 4-4 ਕਿਲੋਮੀਟਰ ਦਾ ਹੀ ਜਾਮ ਲੱਗਿਆ ਹੋਇਆ। ਇੱਥੇ ਤਾਂ 15 ਕਿਲੋਮੀਟਰ ਤੱਕ ਹੀ ਟਰੈਕਟਰ ਨੇ। ਕਰਨਾਲ ਵੀ ਸਾਡੇ ਰੋਕੇ ਹੋਏ ਨੇ ਅੱਜ ਵੀ, ਜਿੱਥੇ ਉਹ ਸਟਾਪੇਜ ਬਣਾਏ ਆ 40-40 ਟਰੈਕਟਰ ਉੱਤੇ ਰੁਕੇ ਹੋਏ ਨੇ। ਅਸੀਂ ਕਿਹਾ ਵੀ ਹਾਲੇ ਤੁਸੀਂ ਕੁਝ ਨਹੀਂ ਕਰਨਾ, ਜੇ ਸਾਨੂੰ ਇੱਥੋਂ ਲੰਘਣ ਨੂੰ ਲਾਂਘਾ ਮਿਲਦਾ ਜਾਂ ਨਹੀਂ ਮਿਲਦਾ ਤੇ ਜਾਂ ਜਿਵੇਂ ਵੀ ਕੋਈ ਰਣਨੀਤੀ ਹੋਊਗੀ ਉਹ ਸਵੇਰੇ ਬਣਾਈ ਜਾਊਗੀ। ਪਰ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਜੀ। ਸਰਕਾਰ ਨੂੰ ਵੀ ਇਹਨਾਂ ਦੀ ਆਵਾਜ਼ ਸੁਣ ਲੈਣੀ ਚਾਹੀਦੀ ਹੈ। ਜਿਹੜੀ ਆਵਾਮ ਇੰਨੀ ਨਿਕਲ ਕੇ ਆਈ ਆ, ਸਰਕਾਰ ਨੂੰ ਵੀ ਆਪਦਾ ਫਰਜ਼ ਨਿਭਾ ਲੈਣਾ ਚਾਹੀਦਾ। ਕੋਈ ਜਿੱਦ ਕਰਕੇ, ਕਹਿੰਦੇ ਜਿੱਦ ਕਰਕੇ ਮਸਲ ਵਿਗੜ ਜਾਂਦੇ ਨੇ, ਵੀ ਉਹੋ ਜਿਹਾ ਨਾ ਵਿਗਾੜਨ। ਇਹੋ ਜਿਹੇ ਹਾਲਾਤ ਪੰਜਾਬ 'ਚ ਪੈਦਾ ਨਾ ਕਰ ਦੇਣ ਹਰਿਆਣੇ 'ਚ ਵੀ ਇਹਨਾਂ ਨੂੰ ਸੰਭਾਲਣੇ ਮੁਸ਼ਕਿਲ ਹੋ ਜਾਣ।
ਐਡਾ ਵੱਡਾ ਉਮੂਮ ਅੱਜ ਇਹਨਾਂ ਦੇ ਕੋਲ ਸਿਰਫ ਆਪਣੀ ਮੰਗਾਂ ਲੈ ਕੇ ਆਇਆ, ਉਹ ਵੀ 3 ਕਾਨੂੰਨ ਤੇ, ਕੋਈ ਇਸ ਤੋਂ ਬਾਹਰ ਨਹੀਂ ਗੱਲ। ਸਾਡੀ ਸਿੱਧੀ ਅੱਖ 3 ਕਾਨੂੰਨ ਤੇ ਆ। 2 ਆਰਡੀਨੈਂਸ ਜਿਹੜੇ ਪਾਸ ਕੀਤੇ ਆ 2020, ਇੱਕ ਜਿਹੜਾ ਪਰਾਲੀ ਵਾਲਾ ਹਾਸੋਹੀਣ ਆ, ਉਹ ਤਾਂ ਕਰੋੜ ਰੁਪਏ ਜੁਰਮਾਨਾ ਤਾਂ ਬੰਦਾ ਮਾਰਨ ਦਾ ਨਹੀਂ ਹੁੰਦਾ, ਇਹਨਾਂ ਨੇ ਪਰਾਲੀ ਜਾਲਣ ਦਾ ਕਰਤਾ ਵੀ ਉਹ ਅਸੀਂ ਕਹਿੰਦੇ ਵਾਪਸ ਲੈ ਲਓ। ਕਿੱਡੀ ਗੱਲ ਆ, ਸਾਡੇ ਬਜ਼ੁਰਗਾਂ ਤੋਂ ਵੀ ਗਲਤੀ ਹੋ ਜਾਂਦੀ, ਕਈ ਵਾਰੀ ਬਾਪ ਵੀ ਆਪਣੇ ਬੇਟੇ ਤੋਂ ਗਲਤੀ ਮੰਨ ਲੈਂਦਾ। ਸਰਕਾਰ ਇੰਨੀ ਜਲਦਬਾਜ਼ੀ ਕਿਉਂ ਕਰਦੀ ਪਈ ਹੈ? ਇੰਨੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਅੰਦੋਲਨਾਂ ਨਾਲ ਹੀ ਅੱਜ ਤੱਕ ਵਾਪਸ ਹੋਏ ਆ। ਹੋਰ ਸਾਡੇ ਕੋਲ ਕੋਈ ਢੰਗ ਵੀ ਨਹੀਂ ਕਿਸਾਨਾਂ ਕੋਲ। ਵੋਟਾਂ ਅਸੀਂ ਪਾ ਕੇ ਦੇਖ ਲਈਆਂ, ਉਹਨਾਂ ਨੇ ਗੱਲ ਨਾ ਸੁਣੀ। ਹੁਣ ਜੇ ਅੰਦੋਲਨ ਨਾਲ ਵੀ ਗੱਲ ਨਹੀਂ ਸੁਣਦੀ, ਫਿਰ ਡੈਮੋਕ੍ਰੇਸੀ ਕਿਹਦੇ ਕੰਮ ਦੀ ਹੈ ਜੀ? ਫਿਰ ਤਾਂ ਉਹੀ ਜਿਹੜੇ ਅੰਗਰੇਜ਼ਾਂ ਨੇ ਲਿਖਿਆ ਹੋਇਆ ਵੀ 51 ਰੋਂਗ ਮੈਨਸ ਰੂਲਸ 49 ਨਾਈਸ ਪੀਪਲਸ, ਉਹ ਹੋਣ ਦਾ ਫਿਰ ਗੱਲ ਆ। ਫਿਰ ਉਹ ਡੈਮੋਕ੍ਰੇਸੀ ਨੂੰ ਆਪਾਂ ਆਪ ਹੀ ਵੀ ਖਰਾਬ ਕਰਾਂਗੇ। ਜੇ ਡੈਮੋਕ੍ਰੈਟਿਕਲੀ ਆਪਾਂ ਗੱਲ ਕਰਨੀ ਆ, ਫਿਰ ਉਹਨੂੰ ਚੰਗੇ ਤਰੀਕੇ ਨਾਲ ਮੰਨਿਆ ਜਾਵੇ, ਨਹੀਂ ਤਾਂ ਘਾਣ ਹੋਊਗਾ। ਇਹ ਕਰਨਗੇ ਘਾਣ, ਹੁਣ ਸੈਂਟਰ ਗੌਰਮੈਂਟ ਕਰੂਗੀ। ਤੇ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਆਪਸੀ ਤਾਲਮੇਲ ਹੈਗਾ ਹੁਣ ਜੀ? ਹਾਂ, ਤਾਲਮੇਲ ਨਾਲ ਚੱਲ ਰਹੀਆਂ ਨੇ ਜਥੇਬੰਦੀਆਂ, ਆਪਦੇ ਫੈਸਲੇ ਲੈ ਰਹੀਆਂ ਨੇ ਤੇ ਬੜੇ ਸਿਆਣੇ ਫੈਸਲੇ ਲਿੱਤੇ ਜਾ ਰਹੇ ਨੇ। ਟਾਈਮ ਟੂ ਟਾਈਮ ਫੈਸਲੇ ਚੇਂਜ ਹੁੰਦੇ ਨੇ। ਜਦੀ ਮੀਟਿੰਗ ਬੁਲਾਈ ਜਾਂਦੀ ਹੈ, ਜਦੀ ਡੈਮੋਕ੍ਰੈਟਿਕ ਤਰੀਕੇ ਨਾਲ ਉਹ 'ਤੇ ਫੈਸਲਾ ਲਿਆ ਜਾਂਦਾ ਤੇ ਫੈਸਲਾ ਮੰਨਿਆ ਵੀ ਜਾਂਦਾ। ਤੇ ਬੁਰਾੜੀ ਕਿਹਾ ਜਾ ਰਿਹਾ ਵੀ ਉੱਥੇ ਜਾ ਕੇ ਉੱਥੇ ਆ ਜਾਓ ਜੀ, ਸਾਰੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਵੀ ਸਰਕਾਰ ਨੇ ਮੰਗ ਮੰਨ ਲਈ ਹੈ ਜੀ, ਜਾਂ ਮਤਲਬ ਕਿ ਸਰਕਾਰ ਨੇ ਰੋਸ ਜੋ ਕਰਨਾ ਚਾਹੁੰਦੇ ਨੇ, ਧਰਨਾ ਕਰਨਾ ਚਾਹੁੰਦੇ ਨੇ, ਉਹ ਮਤਲਬ ਕਿ ਉੱਥੇ ਕੀਤਾ ਜਾ ਸਕਦਾ ਹੈ ਜੀ। ਪਰ ਕੁਝ ਜਥੇਬੰਦੀਆਂ ਇੱਥੇ ਹੀ ਨੇ ਕੁੰਡਲੀ ਬਾਰਡਰ ਦੇ ਉੱਤੇ ਹੀ, ਉਹਦਾ ਕੋਈ ਮੇਨ ਕਾਰਨ ਹੈ ਜੀ? ਨਹੀਂ, ਕੁਛ ਇੱਥੇ ਨਹੀਂ, ਸਾਰੀਆਂ ਇੱਥੇ ਨੇ। ਹਾਲੇ ਉਹ ਫੈਸਲਾ ਲੈਣਾ ਵੀ ਬਰਗਾੜੀ ਉੱਥੇ ਜਾਣਾ ਜਾਂ ਨਹੀਂ ਜਾਣਾ। ਕੁਛ ਜਥੇਬੰਦੀਆਂ ਫੈਸਲਾ ਲੈ ਰਹੀਆਂ ਸੀ, ਜਦੋਂ ਹਨੇਰਾ ਹੋ ਗਿਆ ਸੀਗਾ। ਇਹ ਦੁਚਿੱਤੀ 'ਚ ਕਿਉਂ ਨੇ ਜੀ ਇਹ ਫੈਸਲਾ, ਮਤਲਬ ਕਿ ਉੱਥੇ ਜਾਣਾ ਜਾਂ ਨਹੀਂ ਜਾਣਾ? ਜੇ ਉਹ ਆਪਾਂ ਜਾਣਾ ਚਾਹੁੰਦੇ ਸੀ, ਮੋਰਚਾ ਲਗਾਉਣਾ ਚਾਹੁੰਦੇ ਸੀ ਦਿੱਲੀ ਦੇ ਵਿੱਚ, ਤੇ ਹੁਣ ਦਿੱਲੀ ਵਾਲੇ ਕਹਿੰਦੇ ਵੀ ਆ ਜਾਓ, ਕੋਈ ਨਾ ਲਗਾ ਲਓ ਜੇ ਲਗਾਉਣਾ, ਤੇ ਹੁਣ ਆਪਾਂ ਦੁਚਿੱਤੀ 'ਚ ਆ ਜੀ। ਕਾਰਨ ਕੀ ਹੈ ਜੀ? ਸਾਡੀ ਰਣਨੀਤੀ ਵੀ ਹੋ ਸਕਦੀ ਹੈ। ਜੇ ਸਰਕਾਰ ਸਾਡੇ ਨਾਲ ਰਣਨੀਤੀ ਕਰ ਰਹੀ ਹੈ ਤਾਂ ਜਥੇਬੰਦੀਆਂ ਵੀ ਸੋਚ ਕੇ ਚੱਲਣਗੀਆਂ, ਕਿਉਂਕਿ ਐਡਾ ਸਾਡੇ ਕਿਸਾਨਾਂ ਨੇ ਜੇ ਸਾਥ ਦਿੱਤਾ, ਅਸੀਂ ਹੁਣ ਇਹਨਾਂ ਨੂੰ ਡਿਪਲੋਮੈਟਿਕ ਤਰੀਕੇ ਨਾਲ ਹੀ ਮਾਰਾਂਗੇ। ਹੋ ਸਕਦਾ ਇਹਦੇ ਵਿੱਚ ਵੀ ਕੋਈ ਚਾਲ ਹੋਵੇ ਜੀ ਉੱਥੇ ਬੁਲਾਉਣ ਦੀ? ਬਿਲਕੁਲ ਹੋ ਸਕਦੀ ਹੈ ਜੀ, ਸਾਡੀ ਵੀ ਚਾਲ ਹੋ ਸਕਦੀ ਹੈ, ਵੀ ਨਾ ਜਾਣ ਦੀ ਵੀ ਚਾਲ ਹੋ ਸਕਦੀ ਹੈ, ਉਹਨਾਂ ਦੇ ਬੁਲਾਉਣ ਦੀ ਵੀ ਚਾਲ ਹੋ ਸਕਦੀ ਹੈ। ਤਾਂ ਹੁਣ ਸਵੇਰੇ ਡਿਪਲੋਮੈਟਿਕ ਤਰੀਕੇ ਨਾਲ ਗੱਲ ਕਰਾਂਗੇ ਸਰਕਾਰ ਨਾਲ ਵੀ ਕਿਵੇਂ ਉਹ ਚਾਹੁੰਦੀ ਹੈ, ਕਿਉਂਕਿ ਸਾਡਾ ਕੰਮ ਡਿਪਲੋਮੈਸੀ ਕਰਨਾ ਸੀਗਾ ਨਹੀਂ, ਪਰ ਸਰਕਾਰ ਬਾਹਲੀ ਚੁਸਤੀਆਂ ਕਰਦੀ ਪਈ ਹੈ। ਪਿੱਛੇ ਕਦੀ ਸ਼ੰਭੂ ਤੇ ਲਪੈਰੀ ਲਾ ਲਿਆ, ਕਦੀ ਫੇਰ ਲਾ ਲਿਆ, ਫਿਰ ਇੱਥੇ ਤੱਗੀ ਕਰ ਰਹੀ ਆ। ਅੱਗੇ ਸਾਨੂੰ ਕੀ ਪਤਾ ਵੀ ਕਿੱਧਰ ਲੈ ਕੇ ਜਾਣਗੇ, ਕਿੱਧਰ ਕੀ ਕਰਨਗੇ। ਤੇ ਉਹ ਵੀ ਹੈ, ਕਿਉਂਕਿ ਇੱਕ ਪਾਸੇ ਇਹ ਵੀ ਸਮਝਣ ਦੀ ਲੋੜ ਹੈ ਵੀ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਆ ਜਾਓ, ਕੋਈ ਗੱਲ ਨਹੀਂ, ਉੱਥੇ ਦਿੱਲੀ ਆ ਜਾਓ, ਤੇ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਆ ਜੀ। ਸੱਟਾਂ ਵੀ ਮਾਰੀ ਗਈਆਂ ਜੀ, ਕਈਆਂ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਕਿਧਰੋਂ, ਔਰ ਬੇਮਤਲਬ ਮਾਰੇ ਗਏ, ਸ਼ਾਂਤਮਈ ਬੈਠੇ ਬੰਦੇ ਤੇ ਮਾਰੇ ਗਏ। ਕੋਈ ਏਡੀ ਕੋਈ ਗੱਲ ਨਹੀਂ ਸੀ ਮਾਰਨ ਵਾਲੀ। ਜੇ ਅਸੀਂ ਉੱਥੇ ਜਾ ਕੇ ਅਟੈਕ ਕਰਦੇ ਜਾਂ ਕੁਛ ਕਰਦੇ, ਟੱਪਣ ਦੀ ਕੋਸ਼ਿਸ਼ ਕਰਦੇ, ਫਿਰ ਤਾਂ ਮਾਰਦੇ ਮੰਨਿਆ। ਨੇੜੇ ਜਾ ਕੇ ਬੈਠਣ ਨਾਲ ਇੱਕ ਸੰਵਿਧਾਨਕ ਖਾਕਾ ਸਾਡਾ ਸੰਘਰਸ਼ ਕਰਨ ਦਾ ਉਹ ਕਰ ਰਹੇ ਆ, ਉਹਦੇ ਉੱਤੇ ਵੀ ਮਾਰ ਰਹੇ ਆ। ਸਾਡੇ ਪਿੱਛੇ ਵੀ ਖੜੀਆਂ ਕੀਤੀਆਂ ਹੋਈਆਂ, ਇਸ ਟਾਈਮ ਤੋਂ ਆਪਾਂ ਮੂਰੇ ਵੀ ਖੜੀ ਕੀਤੀਆਂ ਹੋਈਆਂ। ਸਾਨੂੰ ਪਤਾ ਸਾਰੀ ਰਣਨੀਤੀ ਇਹਨਾਂ ਦੀ ਤਿਆਰ। ਸਾਨੂੰ ਇੱਦਾਂ ਹੀ ਘੇਰ ਰਹੇ ਆ, ਸਾਨੂੰ ਡਿਵਾਈਡ ਐਂਡ ਰੂਲ ਕਰ ਰਹੇ ਆ। ਵਿੱਚ ਇੱਥੇ ਨਾਕੇ ਨੇ ਦੁਆਰਾ ਫੇਰ ਜੋੜ ਲਿਆ, ਉੱਥੇ SDM, ਉੱਥੇ ਸਾਰੇ ਫੋਰਸ ਖੜੀ ਆ। ਸਾਨੂੰ ਉਹ ਵੀ ਪਤਾ ਵੀ ਜਦੋਂ ਸਾਡੇ ਵੱਜਿਆ, ਇੱਥੇ ਜਦੋਂ ਵੱਜੇ ਸੀ, ਨਾਲ ਹੀ ਪਾਣੀਪਤ 'ਚ ਅਥਰੂ ਗੈਸ ਵੱਜਣੇ ਸ਼ੁਰੂ ਹੋ ਗਏ ਸੀਗੇ। ਉੱਥੋਂ ਵੀ ਲੋਕੀ ਅਥਰੂ ਗੈਸ ਤੋੜ ਕੇ ਨਾਕਾ ਫੇਰ ਆਏ ਨੇ। ਜਿੰਨੇ ਵਜੇ ਸਵੇਰੇ 10-11 ਵਜੇ ਉਰੇ ਵੱਜਿਆ, ਉਦੋਂ ਹੀ 5 ਮਿੰਟ ਬਾਅਦ ਉੱਥੇ ਚੱਲ ਗਿਆ। ਉਹਨਾਂ ਦਾ ਤਾਲਮੇਲ ਜ਼ਿਆਦਾ, ਸਾਨੂੰ ਵੀ ਥੋੜ੍ਹਾ ਲੇਟ ਪਤਾ ਲੱਗਦਾ, ਪਰ ਪਤਾ ਲੱਗ ਜਾਂਦਾ 15-20 ਮਿੰਟ ਬਾਅਦ ਵੀ ਸਾਡੇ ਉੱਥੇ ਵੀ ਨੁਕਸਾਨ ਕੀਤਾ ਇਹਨਾਂ ਨੇ। ਤਾਂ ਅਗਲੀ ਰਣਨੀਤੀ ਤਾਂ ਹੀ ਫੂਕ ਜੇ ਥੋੜ੍ਹੀ ਜਿਹੀ ਮਾਰ ਕੇ ਦੇਖ ਰਹੇ ਹਾਂ ਵੀ ਅੱਗੇ ਬਿਠਾਉਣਾ ਕਿਉਂ ਚਾਹੁੰਦੇ, ਉੱਥੇ ਭੇਜਣਾ ਕਿਉਂ ਚਾਹੁੰਦੇ ਆ। ਵਿਚਾਰ ਕਰ ਰਹੀ ਹੈ, ਜਥੇਬੰਦੀਆਂ ਸਵੇਰੇ ਮੀਟਿੰਗ ਕਰਨਗੀਆਂ ਤਾਂ ਫੈਸਲਾ ਲੈਣਗੀਆਂ। ਬਿਲਕੁਲ। ਤੇ ਜਿਹੜੇ ਨੌਜਵਾਨਾਂ ਨੇ ਤਾਕਤ ਜਿਵੇਂ ਦਿਖਾਈ ਹੈ ਜੀ, ਨੌਜਵਾਨਾਂ ਦੀ ਤਾਕਤ ਨੂੰ ਕਿਵੇਂ ਵੇਖਦੇ ਹੋ ਤੁਸੀਂ, ਇੱਕ ਪ੍ਰਧਾਨ ਨੂੰ ਤੇ ਆਪਣੇ ਇਸ ਸਾਰੇ ਸ਼ੇਰਾਂ ਨੂੰ ਕਿਵੇਂ ਵੇਖਦੇ ਹੋ? ਪੰਜਾਬੀਆਂ ਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ, ਸਾਬਤ ਕਰਤਾ ਨਾ ਕੌਣ, ਕਿਵੇਂ ਦੁੱਧ ਬਾਗ ਪੀਤੇ ਆ, ਕਿਵੇਂ ਆ ਰਹੇ ਨੇ। ਜਿੰਨੇ ਕੁ ਡੋਲੇ ਪੁਲਿਸ ਬੰਦਿਆਂ ਦੀ ਉਦੋਂ ਵੱਧ ਨੇ। ਅੱਜ ਵੀ ਆਪਾਂ ਰੋਕੇ ਹੋਇਆ ਸ਼ਾਂਤਮਈ ਕਰਨਾ, ਮਗਰ ਉਹ ਭੰਨਣ ਦਾ ਸਾਡਾ ਮਤਲਬ ਸਿਰਫ ਇਹੀ ਸੀ ਵੀ ਦੱਸ ਦਈਏ ਵੀ ਕੌਣ ਆ। ਹੁਣ ਇਹਨਾਂ ਨੂੰ ਕੰਟਰੋਲਡ ਵੀ ਰੱਖਿਆ ਹੋਇਆ, ਹੋਸ਼ ਤੇ ਜੋਸ਼ ਨਾਲ ਦੋਨਾਂ ਨਾਲ ਕੰਮ ਕਰ ਰਹੇ ਨੇ, ਬਹੁਤ ਜ਼ਿਆਦਾ ਹੋਸ਼ ਰੱਖ ਰਹੇ ਨੇ, ਸ਼ਾਂਤਮਈ ਚੱਲ ਰਹੇ ਨੇ, ਆਪਦੀ ਸਮਝ ਰੱਖ ਰਹੇ ਆ ਵੀ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਕਿੰਨੇ ਕੁ ਗਲਤ ਨੇ। ਹਰੇਕ ਬੰਦਾ ਸੁਚੇਤ ਹੈ ਇਸ ਗੱਲ ਤੋਂ, ਕੋਈ ਸੁਚੇਤ ਤੋਂ ਬਾਰੇ ਨਹੀਂ ਹੈ। ਤੇ ਸਾਬਤ ਕਰਤਾ ਵੀ ਇਹ ਪੰਜਾਬ ਦੇ ਉਹੀ ਜਵਾਨ ਆ ਜਿਨ੍ਹਾਂ ਦੇ ਗਾਣੇ ਲਿਖੇ ਜਾਂਦੇ ਨੇ, ਜਿਨ੍ਹਾਂ ਦੇ ਸੋਹਲੇ ਗਾਏ ਜਾਂਦੇ ਸੀਗੇ।
ਬਿਲਕੁਲ। ਤੇ NRI ਭਰਾ ਜਿਹੜੇ ਹੈਗੇ ਨੇ ਉਹ ਲਗਾਤਾਰ ਮੈਨੂੰ ਵੀ ਫੋਨ ਆ ਰਹੇ ਨੇ ਵੀ ਯਾਰ ਸਾਡੀ ਤਾਂ 24 ਘੰਟੇ ਨਜ਼ਰ ਪੰਜਾਬ ਤੇ ਆ, ਹਾਲਾਤ ਖਰਾਬ ਹੋ ਜਾਣਗੇ। ਬਹੁਤ ਸਾਰੇ ਚੈਨਲ ਨੇ ਜਾਂ ਬਹੁਤ ਸਾਰੇ ਲੋਕ ਨੇ ਉਹ ਇਹ ਵੀ ਕਹਿ ਰਹੇ ਨੇ ਵੀ ਹਾਂਜੀ ਫੌਜੀ ਪਹਿਰੇ ਲੱਗ ਗਏ ਜੀ, ਕਿਸਾਨਾਂ ਨੂੰ ਮਾਰ ਦੇਣਗੇ, ਹੋ ਜਾਣਗੇ। ਹਊਏ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਅਜਿਹੇ ਹਾਲਾਤ ਬਣਨ ਦੇ ਆਸਾਰ ਹੈਗੇ ਨੇ, ਜਾਂ ਉਹਨਾਂ ਜਿਹੜੇ ਭਰਾਵਾਂ ਦੀ ਨਜ਼ਰ ਹੈ ਅਜਿਹੇ ਸਵਾਲ ਲਗਾਤਾਰ ਕਰ ਰਹੇ ਨੇ, ਉਹਨਾਂ ਨੂੰ ਕੀ ਜਵਾਬ ਹੈ ਜੀ? ਬੜਾ ਤੁਸੀਂ ਜ਼ਬਰਦਸਤ ਕੁਐਸਚਨ ਪੁੱਛ ਲਿਆ, ਇਹਦਾ ਆਨਸਰ ਅੱਜ ਦੇਣਾ ਬੜਾ ਔਖਾ। ਪਰ ਮੈਂ ਇਹ ਦੱਸ ਸਕਦਾ, ਜੇ ਤੁਹਾਨੂੰ ਇਸ਼ਾਰਾ ਕਰ ਦਈਏ, ਜੇ ਸਾਡੇ ਤੇ ਫੌਜ ਲੱਗ ਗਈ ਨਾ, ਬਹੁਤ ਮਹਿੰਗੀ ਪਊ ਸਰਕਾਰ ਨੂੰ। ਸਾਡੇ ਹੀ ਮੁੰਡੇ ਉਹ ਬਾਰਡਰਾਂ ਤੇ ਬੈਠੇ ਆ, ਕਿਤੇ ਜੇ ਉਹਨਾਂ ਨੇ ਵਿਰੋਧ ਕਰਤਾ ਤਾਂ ਫਿਰ ਇਹਨਾਂ ਨੂੰ ਮਹਿੰਗਾ ਪੈ ਜਾਊਗਾ। ਜਿਹੜੇ ਜ਼ਿਮੀਂਦਾਰਾਂ ਦੇ ਇੱਥੇ ਆਏ ਆ ਨਾ, ਬਾਪ ਭਰਾ ਆਏ ਨੇ, ਉਹਨਾਂ ਦੇ ਭਾਈ ਨੇ ਜਿਹੜੇ ਬਾਰਡਰਾਂ ਤੇ ਇਸ ਟਾਈਮ ਲੇਹ ਲਦਾਖ ਦੀ ਰਾਖੀ ਕਰ ਰਹੇ ਆ, ਚਾਈਨਾ ਨਾਲ ਮੁਕਾਬਲਾ ਕਰਨ ਨੂੰ ਬੈਠੇ ਨੇ, ਜੰਮੂ ਕਸ਼ਮੀਰ 'ਚ ਲੱਗੇ ਆ, ਆਸਾਮ 'ਚ ਲੱਗੇ ਹੋਏ ਨੇ। ਬਹੁਤ ਪੰਜਾਬ ਦੇ ਵੀਰ ਨੇ ਜਿਹੜੇ ਅੱਜ ਵੀ ਪੂਰੇ ਭਾਰਤ ਦੀ ਨੂੰ ਸਰਕਾਰ ਨੂੰ ਮੰਨਦੇ ਆ, ਤੇ ਇਹਨੂੰ ਮੰਨਦੇ ਹੋਏ ਇਹਦੀ ਨੌਕਰੀਆਂ ਵੀ ਕਰਦੇ ਨੇ ਤੇ ਇਹਦੀ ਰਾਖੀ ਵੀ ਕਰ ਰਹੇ ਆ, ਔਰ ਦਿਲ ਜੋ ਕੇ ਕਰਦੇ ਆ। ਇਹ ਸਮਝ ਲਓ ਸਾਡਾ ਕਿਸਾਨ ਤੇ ਜਵਾਨ ਇੱਕ ਦੂਜੇ ਨਾਲ ਰਿਲੇਟਡ ਹੀ ਨੇ, ਸਾਡੇ ਘਰਾਂ ਦੇ ਮੁੰਡੇ ਨੇ ਉਹ ਵੀ। ਤੇ ਇਹ ਤਾਂ ਗਲਤੀ ਨਾ ਹੀ ਕਰਨ, ਕਿਉਂਕਿ ਇਹ ਗਲਤੀ ਨਾ ਤਾਂ UN ਨੇ ਕਰ ਦੇਣੀ ਹੈ, ਤੇ ਨਾ ਇਹ ਪੰਜਾਬੀਆਂ ਦੇ ਬਹੁਤ ਵੱਡਾ ਅਕਸਾ ਜਿਹੜਾ ਉਹਦੇ ਵਿੱਚ ਹੈਗਾ। ਸ਼ਾਂਤਮਈ ਬੰਦੇ ਨੂੰ ਕੋਈ ਵੀ ਅਟੈਕ ਕਰੂਗਾ ਤਾਂ ਇਹ ਗਲਤ ਹੋਊਗੀ। ਪਰ ਅੱਜ ਵੀ ਜਿਹੜਾ ਕਰ ਰਹੇ ਆ ਉਹ ਆਪਾਂ ਪਹਿਲਾਂ ਹੀ ਕਹਿ ਕੇ ਹਟੇ ਆ ਵੀ ਪਹਿਲਾਂ ਹੀ ਧੱਕਾ ਕਰ ਰਹੇ ਨੇ, ਤੇ ਘੱਟੋ ਘੱਟ ਦਿਖਾਉਣਾ ਜ਼ਰੂਰ ਚਾਹੀਦਾ। ਅੱਜ ਸਵੇਰ ਦਾ ਮੀਡੀਆ ਦਿਖਾਈ ਨਹੀਂ ਰਿਹਾ, ਜਿਹੜਾ ਨੈਸ਼ਨਲ ਮੀਡੀਆ। ਅੱਜ ਤਾਂ ਦਿੱਲੀ ਬੈਠੇ ਆ, ਚਲੋ ਅਸੀਂ ਪਿੰਡਾਂ ਪੁੰਡਾਂ ਹੀ ਹੁੰਦੇ, ਸਾਡੀ ਨਾ ਖਬਰ ਲਾਓ। ਜੇ ਦਿੱਲੀ ਬੈਠ ਕੇ ਸਾਡੀ ਖਬਰ ਲੱਗਣੀ ਚਾਹੀਦੀ ਹੈ ਘੱਟੋ ਘੱਟ। ਇਹ ਅੱਜ ਵੀ ਸਾਨੂੰ ਖਬਰਾਂ ਤੋਂ ਵੀ ਦੱਬ ਰਹੇ ਆ, ਲੋਕਾਂ ਦਾ ਪਛਾਣੋਂ ਦੱਬ ਰਹੇ ਆ। ਜਿੱਥੇ ਅਸੀਂ ਬੈਠੇ ਆ ਦੁਕਾਨਾਂ ਸਾਰੀਆਂ ਬੰਦ ਕਰਤੀਆਂ, ਜਿਵੇਂ ਕਰਫਿਊ ਹੁੰਦਾ ਵਾ। ਇੱਥੇ ਨਾਲ ਦੀ ਦੁਕਾਨਾਂ ਨੂੰ ਪੁੱਛਿਆ, ਕਹਿੰਦਾ 3 ਦਿਨ ਪਹਿਲਾਂ ਹੀ ਬੰਦ ਕਰਤੀ ਇਸਨੇ, ਦੁਕਾਨਾਂ ਚੱਲਣ ਨਹੀਂ ਦਿੱਤੀਆਂ। ਇਹੋ ਜਿਹਾ ਕਿਹੜਾ ਖੌਫ ਆ? 60 ਦਿਨਾਂ ਦੀ ਇੱਕ ਸ਼ਾਂਤਮਈ ਅੰਦੋਲਨ ਨੂੰ ਪਿੱਛੋਂ ਲੈ ਕੇ ਆਏ ਆ। ਸਾਡਾ ਬਾਹਲਾ ਵਿਰਸਾ ਨਹੀਂ ਦੇਖਣਾ, 60 ਦਿਨਾਂ ਦਾ ਵਿਰਸਾ ਦੇਖ ਲਓ ਵੀ ਪਿੱਛੋਂ ਕਿਹੜੇ ਕਿਸਾਨ ਆਏ ਨੇ, ਕਿੱਦਾਂ ਤਰੀਕੇ ਨਾਲ ਆਏ। ਆਪ ਦੀ ਰੋਟੀ ਅਸੀਂ ਆਪ ਪਕਾ ਰਹੇ ਹਾਂ, ਕਿਸੇ ਨੂੰ ਤੰਗ ਨਹੀਂ ਕਰ ਰਹੇ। ਠੀਕ ਹੈ ਜੀ। ਬਹੁਤ ਸਾਜ਼ਿਸ਼ਾਂ ਕੀਤੀਆਂ ਪਿੱਛੇ ਜੀ, ਬੜੇ ਸ਼ਰਾਰਤੀ ਅਨਸਰ ਭੇਜੇ, ਵਿੱਚੋਂ ਇਹੋ ਜਿਹੀ ਗੱਲਾਂ ਵੀ ਆਈਆਂ ਵੀ ਟਰੱਕਾਂ ਨੂੰ ਅੱਗ ਲਾ ਦਿਓ ਜੀ, ਉਹ ਕਰ ਦਿਓ, ਉਹ ਕਰ ਦਿਓ। ਪਰ ਇਹ ਸਾਡੇ ਬੜੇ ਸਿਰੜੀ ਬੰਦੇ ਨੇ, ਬੜਾ ਸੋਚ ਸਮਝ ਨਾਲ ਲੋਕੀ ਆਏ ਆ। ਜਿਹੜੇ ਤੁਸੀਂ ਜਵਾਨਾਂ ਦੀ ਗੱਲ ਕੀਤੀ ਹੈ, ਬਹੁਤ ਸੋਚ ਕੇ ਆਇਆ ਵੀ ਕੋਈ ਵੀ ਸ਼ਰਾਰਤ ਕੀਤੀ ਸਾਡੀ ਜਿਹੜਾ ਉਹ ਮਕਸਦ ਆ ਉਹ ਪੂਰਾ ਨਹੀਂ ਹੋਣ ਦਿੱਤਾ ਹੋਊਗਾ। ਬੜੀ ਨਿੱਕੀ ਮਕਸਦ ਦੇ ਵਿੱਚ ਰਹਿ ਜਾਵਾਂਗੇ। ਅੱਗੇ ਅਸੀਂ ਸ਼ਾਂਤਮਈ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਗੱਲ ਸੁਣ ਲੇ ਤੇ ਲਾਅ ਵਾਪਸ ਲੈ ਲੈਣ। ਜਿਹੜੀ ਗੱਲਾਂ ਹੁਣ ਬਾਰ-ਬਾਰ ਕਹੀ ਜਾਂਦੇ ਵੀ ਲਾਅ ਨਹੀਂ ਵਾਪਸ ਹੋਣਗੇ, ਕਿਸਾਨ ਜਥੇਬੰਦੀ ਆ ਕੇ ਮੀਟਿੰਗ ਕਰ ਲਏ, ਫਿਰ ਮੀਟਿੰਗ ਕਾਹਦੀ ਕਰਨੀ ਅਸੀਂ ਤੁਹਾਡੇ ਨਾਲ, ਜੇ ਲਾਅ ਹੀ ਨਹੀਂ ਵਾਪਸ ਲੈਣੇ। ਵੀ ਅਸੀਂ ਬਹੁਤ ਸਮਝ ਕੇ ਸੁਚੇਤ ਕਰਕੇ ਆਏ ਹਾਂ ਵੀ ਇਹ ਲਾਅ ਵਾਪਸ ਕੀਤੇ ਜਾਣ। ਹਰੇਕ ਬੰਦਾ ਸੁਚੇਤ ਆ। ਤੁਸੀਂ ਕਹਿੰਦੀ ਮਰਜ਼ੀ ਟਰਾਲੀ ਤੋਂ ਹੱਕ ਮਾਰ ਲਓ ਵੀ ਤੁਸੀਂ ਕਿਉਂ ਆਏ ਹੋ, ਤੁਹਾਨੂੰ ਇਹਦਾ ਉੱਤਰ ਦੱਸ ਦੂਗਾ। ਬਿਲਕੁਲ। ਤੁਸੀਂ ਗੱਲ ਕੀਤੀ ਵੀ ਜਿਹੜੇ ਜਵਾਨ ਨੇ ਜਾਂ ਫੌਜੀ ਭਰਾ ਨੇ ਉਹ ਵੀ ਸਾਡੇ ਆਪਣੇ ਨੇ, ਸਾਡੇ ਆਪਣੇ ਪੁੱਤ ਨੇ, ਸਾਡੇ ਆਪਣੇ ਵੀਰ ਨੇ। ਤੇ 84 ਦੇ ਵਿੱਚ ਜਿਵੇਂ ਫੌਜ ਨੇ ਜੋ ਗਲਤੀ ਕੀਤੀ ਸੀ, ਤੁਹਾਨੂੰ ਲੱਗਦਾ ਵੀ ਹੁਣ ਦੁਹਰਾਉਣਗੇ, ਜਾਂ ਫਿਰ ਹਰਿਆਣੇ ਦੇ ਪ੍ਰਸ਼ਾਸਨ ਤੋਂ ਸਾਨੂੰ ਦੇਖ ਕੇ ਉਹਨਾਂ ਨੂੰ ਕੀ ਲੱਗਿਆ ਵੀ ਹੁਣ ਉਸ ਤਰ੍ਹਾਂ ਦੇ ਪ੍ਰਸ਼ਾਸਨ ਨਹੀਂ ਹੈ, ਜਾਂ ਇਹ ਸਮਝਦੇ ਨੇ? ਇਹ ਉਹਨਾਂ ਦੀ ਗੱਲ ਆ ਜੀ। ਅਸਲ 'ਚ ਸ਼ਾਂਤਮਈ ਤਰੀਕੇ ਨਾਲ ਚੱਲਦੇ ਆ ਰਹੇ ਆ। ਇਹ ਵੀ ਉਹਨਾਂ ਦੀ ਗਲਤੀ ਹੱਡੀ 'ਚ ਬਣਿਆ ਹੋਇਆ। ਉਹ ਭੜਕਾ ਰਹੇ ਆ, ਜਿਵੇਂ ਤੁਹਾਨੂੰ ਦੱਸਿਆ, ਸ਼ਰਾਰਤਾਂ ਵੀ ਕਰ ਰਹੇ ਆ, ਕੋਸ਼ਿਸ਼ਾਂ ਕਰ ਰਹੇ ਆ। ਪਰ ਅਸੀਂ ਬਹੁਤ ਜ਼ਿਆਦਾ ਅੱਜ ਵੀ ਡਿਊਟੀਆਂ ਅਸੀਂ ਤੁਹਾਡੇ ਤੋਂ ਪਹਿਲਾਂ ਲਾ ਕੇ ਹਟੇ ਹਾਂ, ਸਾਰੇ ਦੇ ਭੁਲਾ ਕੇ ਵੀ ਆਪਣੇ ਜਿਹੜੇ ਕੋਈ ਵਿੱਚ ਗਲਤ ਅਨਸਰ ਨੇ ਉਹਨਾਂ ਨੂੰ ਪਿੱਛੇ ਰੱਖੋ ਤੇ ਸਹੀ ਤਰੀਕੇ ਨਾਲ ਗੱਲ ਕੀਤੀ ਜਾਵੇ। ਅਸੀਂ ਜਿੰਨੀ ਵੀ ਸਟੇਜ ਅੱਜ ਚੱਲੀ ਹੈ ਇਹ ਤੋਂ ਵਧੀਆ ਸਟੇਜ ਚਲਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ। ਬਿਲਕੁਲ। ਸੋ ਇਹ ਸਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ, ਜਿਨ੍ਹਾਂ ਦੇ ਵੱਲੋਂ NRI ਭਰਾਵਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਹੈ ਜਾਂ ਮੈਸੇਜ ਹੈ, ਕਿਉਂਕਿ ਲਗਾਤਾਰ ਸਵਾਲ ਕਰ ਰਹੇ ਨੇ। ਪਰ ਨਾਲ ਉਹਨਾਂ ਨੇ ਸਰਕਾਰਾਂ ਨੂੰ ਵੀ ਵੰਗਾਰਿਆ ਹੈ ਜਾਂ ਹਦਾਇਤ ਕੀਤੀ ਹੈ ਵੀ ਜੇਕਰ ਫੌਜੀ ਪਹਿਰਾ ਜਾਂ ਫੌਜ ਲਗਾਈ ਜਾਂਦੀ ਹੈ ਕਿਸਾਨਾਂ ਦੇ ਉੱਤੇ ਤਾਂ ਭਾਰੀ ਪਏਗੀ ਹਕੂਮਤ ਨੂੰ। ਸੋ ਇਹ ਕਦਮ ਜੇ ਚੁੱਕਣਾ ਹੈ ਤਾਂ ਬਹੁਤ ਸੋਚ ਸਮਝ ਕੇ। ਪਰ ਅਸੀਂ ਜਿਵੇਂ ਸ਼ੁਰੂਆਤ ਮੈਂ ਕੀਤੀ ਸੀ, ਤਾਂ ਮੈਂ ਸ਼ੁਰੂਆਤ ਸਮਾਪਤੀ ਵੀ ਇੱਥੇ ਹੀ ਕਰਦਾ ਕਿ ਸੱਚਮੁੱਚ ਇਹ ਲੀਡਰ ਨੇ। ਇੱਕ ਲੀਡਰ ਹੁੰਦਾ ਜਿਹੜਾ ਸਿਰਫ ਗੱਲਾਂ ਕਰਦਾ ਹੈ, ਗੱਲਾਂ ਕਰਕੇ ਉਹ ਏਸੀਆਂ ਦੇ ਵਿੱਚ ਚਲੇ ਜਾਂਦਾ ਹੈ, ਪਰ ਆਪਣੇ ਪੁੱਤਰਾਂ ਨੂੰ ਵੀ ਨਾਲ, ਆਪਣੇ ਔਲਾਦ ਨੂੰ ਵੀ ਨਾਲ ਲੈ ਕੇ ਆਏ ਨੇ, ਆਪਣੇ ਬੇਟੇ ਨੂੰ ਨਾਲ ਲੈ ਕੇ ਆਏ ਨੇ। ਸੋ ਕਈ ਵਾਰ ਹੁੰਦਾ ਬਈ ਠੀਕ ਆ ਅਸੀਂ ਚੱਲਦੇ ਹਾਂ ਯਾਰ, ਉੱਥੇ ਆਪਾਂ ਹੋਟਲ 'ਚ ਰਹਿ ਜਾਵਾਂਗੇ ਅਤੇ ਤੁਸੀਂ ਇੱਥੇ ਹੀ ਰਹੋ, ਪਰਿਵਾਰ ਨੂੰ ਕਹਿ ਦਿੰਦੇ ਆਪਾਂ ਵੀ ਘਰੇ ਹੀ ਰਹੋ। ਪਰ ਨਹੀਂ, ਬੇਟਾ ਨਾਲ ਆਇਆ ਹੋਇਆ ਅਤੇ ਬਹੁਤ ਇੱਕ ਵਧੀਆ ਮੈਸੇਜ ਆ, ਮੈਂ ਕਹਿੰਦਾ ਚੰਗਾ ਸੁਨੇਹਾ ਹੈ ਵੀ ਸੱਚਮੁੱਚ ਅਸੀਂ ਆਪਣੇ ਭਵਿੱਖ ਦੇ ਲਈ, ਆਪਣੇ ਬੱਚਿਆਂ ਦੇ ਲਈ ਖੜ੍ਹੇ ਹਾਂ। ਕੋਈ ਫੋਰਮੈਲਿਟੀਆਂ ਨਹੀਂ ਕਰ ਰਹੇ, ਕੋਈ ਇਹਨਾਂ ਨੇ ਵੋਟਾਂ ਦੇ ਵਿੱਚ ਜਾਂ ਲੀਡਰੀ ਨਹੀਂ ਚਮਕਾਉਣੀ ਜਿਹੜੀ ਅਕਸਰ ਦੋਸ਼ਾਂ ਦੇ ਵਿੱਚ ਰਹਿੰਦੀ ਹੈ। ਪਰ ਉਮੀਦ ਅਜੇ ਵੀ ਹੈ, ਹੌਸਲੇ ਬੁਲੰਦ ਨੇ ਵੀ ਜਿੱਤਾਂਗੇ ਜ਼ਰੂਰ। ਜਾਰੀ ਜੰਗ ਰੱਖਿਓ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ,
ਹਰਿਆਣਾ।